ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ। ਸਟੂਡੈਂਟਸ ਅੱਜ ਹੀ ਅਸੀਂ 10ਵੀਂ ਦੀ ਆਪਣੀ ਨੈਕਸਟ ਅਸਾਈਨਮੈਂਟ ਕਰਨ ਜਾ ਰਹੇ ਹਾਂ। ਕਲਾਸ ਹੈਗੀ ਸਾਡੀ 10th, ਗਣਿਤ ਅਸੀਂ ਪੜ੍ਹ ਰਹੇ ਹਾਂ ਅਤੇ ਚੈਪਟਰ ਅਸੀਂ ਜਿਹੜਾ ਅੱਜ ਬੱਚੇ ਨਿਊ ਸ਼ੁਰੂ ਕਰਨ ਜਾ ਰਹੇ ਹਾਂ ਦੈਟ ਇਜ਼ ਟ੍ਰਿਗੋਨੋਮੈਟਰੀ। ਠੀਕ ਹੈ ਜੀ, ਪੰਜਾਬੀ 'ਚ ਇਹਨੂੰ ਕਹਿੰਦੇ ਤ੍ਰਿਕੋਣਮਿਤੀ। ਅਤੇ ਅੱਜ ਤੋਂ ਸਾਡੀ ਅਸਾਈਨਮੈਂਟ ਜਿਹੜੀ ਹੈਗੀ 173 ਸ਼ੁਰੂ ਹੋ ਰਹੀ ਹੈ। ਚੈਪਟਰ ਸਾਡਾ ਹੈਗਾ 8ਵਾਂ। ਅੱਜ ਅਸੀਂ ਬੱਚਿਓ ਬਸ ਥੋੜ੍ਹੀ ਜਿਹੀ ਇੰਟਰੋਡਕਸ਼ਨ ਕਰਾਂਗੇ ਅਤੇ ਚਲੋ ਅਸਾਈਨਮੈਂਟ ਵਿੱਚ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤੇ ਅੱਜ ਅਸੀਂ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈਗਾ ਹੈ ਟ੍ਰਿਗੋਨੋਮੈਟਰੀ ਅਤੇ ਵੈਲਕਮ ਅਸੀਂ ਤੁਹਾਨੂੰ ਕਰ ਰਹੇ ਹਾਂ, ਵੈਲਕਮ ਟੂ ਦ ਵਰਲਡ ਆਫ ਟ੍ਰਿਗਨੋਮੈਟਰੀ। ਅਤੇ ਅੱਜ ਅਸੀਂ ਕਰਨਾ ਕੀ ਹੈਗਾ ਬੱਚੇ ਸਟੂਡੈਂਟਸ। ਸਭ ਤੋਂ ਪਹਿਲਾਂ ਤੇ ਅਸੀਂ ਕਰਾਂਗੇ ਮੀਨਿੰਗ ਆਫ ਟ੍ਰਿਗਨੋਮੈਟਰੀ। ਤ੍ਰਿਕੋਣਮਿਤੀ ਦਾ ਮਤਲਬ ਕੀ ਹੁੰਦਾ ਆ। ਫਿਰ ਮੈਂ ਤੁਹਾਨੂੰ ਦੱਸੂੰਗੀ ਕਿ ਰੈਫਰੈਂਸ ਐਂਗਲ ਕੀ ਹੁੰਦਾ ਆ, ਸੰਬੰਧਿਤ ਕੋਣ ਆਪਾਂ ਇਹਨੂੰ ਪੰਜਾਬੀ 'ਚ ਕਹਿੰਦੇ ਆ, ਅਤੇ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਦੀ ਗੱਲ ਕਰਨੀ ਆ। ਠੀਕ ਹੈ, ਪੰਜਾਬੀ 'ਚ ਇਹਨੂੰ ਕਹਿੰਦੇ ਤ੍ਰਿਕੋਣਮਿਤੀ ਅਨੁਪਾਤ। ਇਹ ਅੱਜ ਦੇ ਅਸੀਂ ਟੌਪਿਕ ਦੇ ਵਿੱਚ ਕਵਰ ਕਰਨਾ ਆ। ਠੀਕ ਹੈ ਜੀ, ਚੈਪਟਰ ਦਾ ਨਾਮ ਕੀ ਹੈਗਾ ਆ? ਤ੍ਰਿਕੋਣਮਿਤੀ। ਇੰਗਲਿਸ਼ 'ਚ ਕਹਿੰਦੇ ਹੈਗੇ ਟ੍ਰਿਗਨੋਮੈਟਰੀ। ਠੀਕ ਹੈ ਜੀ, ਟ੍ਰਿਗਨੋਮੈਟਰੀ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਸਾਡੇ ਸਾਰਿਆਂ ਦੇ ਮਾਈਂਡ 'ਚ ਆਏਗਾ ਕਿ ਮੈਡਮ ਮੈਥਸ ਦੇ ਚੈਪਟਰਸ 'ਤੇ ਅਸੀਂ ਕਰੀ ਜਾ ਰਹੇ ਹਾਂ ਅਤੇ ਸਾਨੂੰ ਤਾਂ ਸਮਝ ਨਹੀਂ ਆਉਂਦਾ ਕਿ ਇਹਨਾਂ ਦਾ ਰੀਅਲ ਲਾਈਫ 'ਚ ਫਾਇਦਾ ਕੀ ਹੈਗਾ। ਅਤੇ ਮੀਨਿੰਗ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਵਾਈ ਵੀ ਹੈਵ ਟੂ ਸਟੱਡੀ ਟ੍ਰਿਗਨੋਮੈਟਰੀ। ਅਸੀਂ ਜਿਹੜੀ ਆ ਤ੍ਰਿਕੋਣਮਿਤੀ ਹੈਗੀ ਆ ਇਹ ਅਸੀਂ ਪੜ੍ਹ ਕਿਉਂ ਰਹੇ ਹਾਂ। ਠੀਕ ਹੈ ਜੀ, ਅਤੇ ਚਲੋ ਸਮਝਦੇ ਹਾਂ ਇਹਨੂੰ। ਸਟੂਡੈਂਟਸ ਟ੍ਰਿਗਨੋਮੈਟਰੀ ਜਿਹੜੀ ਹੈਗੀ ਅਸੀਂ ਯੂਜ਼ ਕਰਦੇ ਹਾਂ ਕੁਝ ਕਾਫੀ ਜਿਹੜੀਆਂ ਲੰਬੀਆਂ ਇਮਾਰਤਾਂ ਹੈਗੀਆਂ ਜਾਂ ਬਹੁਤ ਲੰਬੀਆਂ ਬਿਲਡਿੰਗਸ ਹੈਗੀਆਂ ਜਿਨ੍ਹਾਂ ਨੂੰ ਇੱਕ ਨੋਰਮਲ ਬੰਦਾ ਹੈਗਾ ਆ ਨੋਰਮਲ ਮੇਜਰਿੰਗ ਟੂਲ ਦੇ ਨਾਲ ਉਹ ਨਹੀਂ ਨਾਪ ਸਕਦਾ। ਠੀਕ ਹੈ ਜੀ, ਇੱਥੇ ਜਿਵੇਂ ਬਿਲਡਿੰਗ ਇੱਕ ਦਿਖਾਈ ਗਈ ਹੈਗੀ, ਮੰਨ ਲਓ ਸਾਡੇ ਕੋਲ ਇੱਕ ਪੇੜ ਹੈਗਾ ਹੈ, ਉਹ ਬਹੁਤ ਹੀ ਲੰਬਾ ਹੈਗਾ ਆ, ਬਹੁਤ ਹੀ ਵੱਡਾ ਹੈਗਾ, ਅਤੇ ਅਸੀਂ ਜੇ ਉਹਦੀ ਲੰਬਾਈ ਨਾਪਣੀ ਹੋਵੇ, ਠੀਕ ਹੈ ਜੀ, ਅਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਸਾਨੂੰ ਟ੍ਰਿਗਨੋਮੈਟਰੀ ਦੇ ਜਿਹੜੇ ਕੰਸੈਪਟ ਹੈਗੇ ਉਹ ਅਸੀਂ ਲਗਾ ਕੇ ਨਾਪਦੇ ਹਾਂ। ਜਿੱਦਾਂ ਦੇਖੋ ਬਹੁਤ ਲੰਬੀਆਂ ਬਿਲਡਿੰਗਸ ਹੈਗੀਆਂ ਆ, ਠੀਕ ਹੈ ਜੀ, ਉਹਨੂੰ ਤਾਂ ਆਪਾਂ ਨੋਰਮਲੀ ਇੱਦਾਂ ਨਹੀਂ ਨਾਪ ਸਕਦੇ। ਠੀਕ ਹੈ ਜੀ, ਉੱਥੇ ਜਿਹੜਾ ਹੈਗਾ ਅਸੀਂ ਟ੍ਰਿਗਨੋਮੈਟਰੀ ਦਾ ਕੰਸੈਪਟ ਲਗਾਉਂਦੇ ਹਾਂ। ਠੀਕ ਹੈ, ਅਤੇ ਜੇ ਆਪਾਂ ਹੁਣ ਨੋਰਮਲੀ ਅਸੀਂ ਨਾਪਣਾ ਹੋਵੇ ਤਾਂ ਸਾਨੂੰ ਕੀ ਬਣਨਾ ਪਏਗਾ? ਸਾਨੂੰ ਤਾਂ ਜਾਂ ਤਾਂ ਮੇਜਰਿੰਗ ਟੇਪ ਲੈ ਕੇ ਕੋਠੇ 'ਤੇ ਛੱਡ ਜਾਈਏ, ਠੀਕ ਹੈ, ਅਤੇ ਸਪਾਈਡਰਮੈਨ ਵਾਂਗੂ ਉੱਥੋਂ ਛਲਾਂਗ ਲਗਾ ਕੇ ਅਤੇ ਆਪਣਾ ਰੱਸੀ ਦੇ ਨਾਲ ਜਾਂ ਆਪਣੀ ਮੇਜਰਿੰਗ ਟੇਪ ਦੇ ਨਾਲ ਅਸੀਂ ਨਾਪੀਏ ਕਿ ਹਾਂ ਬਈ ਸਾਡੀ ਬਿਲਡਿੰਗ ਦੀ ਲੰਬਾਈ ਕਿੰਨੀ ਹੈ। ਠੀਕ ਹੈ ਜੀ, ਜਾਂ ਤਾਂ ਸਾਡੀ ਹਾਈਟ ਜਿਹੜੀ ਹੈਗੀ ਇੰਨੀ ਕੁ ਲੰਬੀ ਹੋਵੇ ਕਿ ਅਸੀਂ ਜਿਹੜੀਆਂ ਹੈਗੀਆਂ ਬਿਲਡਿੰਗਸ ਨੂੰ ਦੇਖ ਕੇ ਅਸੀਂ ਦੇਖੀਏ ਕਿ ਹਾਂ ਬਈ ਉਹ ਕਿੰਨੀ ਕੁ ਲੰਬੀ ਹੈਗੀ ਆ। ਠੀਕ ਹੈ ਜੀ, ਕੁਛ ਚੀਜ਼ਾਂ ਜਿਹੜੀਆਂ ਅਸੀਂ ਪ੍ਰੈਕਟੀਕਲੀ ਨਹੀਂ ਕਰ ਸਕਦੇ। ਠੀਕ ਹੈ ਜੀ, ਉਸ ਕੇਸ ਦੇ ਵਿੱਚ ਅਸੀਂ ਟ੍ਰਿਗਨੋਮੈਟਰੀ ਦੇ ਕੰਸੈਪਟਸ ਲਗਾ ਕੇ ਲੰਬੀਆਂ ਚੀਜ਼ਾਂ ਦੀ ਲੰਬਾਈ ਨਾਪ ਸਕਦੇ ਹਾਂ। ਅਸੀਂ ਜਿਹੜੀ ਹੈਗੀ ਆ ਹੋਰ ਵੀ ਸਿਚੁਏਸ਼ਨਸ ਦੇ ਵਿੱਚ ਟ੍ਰਿਗਨੋਮੈਟਰੀ ਯੂਜ਼ ਕਰ ਸਕਦੇ ਹਾਂ, ਉਹ ਵੀ ਅਸੀਂ ਡਿਸਕਸ ਕਰਦੇ ਹਾਂ। ਅਗਲੀ ਐਗਜ਼ਾਮਪਲ ਜਿਹੜੀ ਹੈਗੀ ਮੈਂ ਤੁਹਾਡੀ ਬੁੱਕ ਤੋਂ ਹੀ ਸਮਝਾਉਂਦੀ ਹਾਂ। ਬੁੱਕ ਦੇ ਵਿੱਚ ਹੀ ਤੁਹਾਡੀ ਇੱਕ ਐਗਜ਼ਾਮਪਲ ਦਿੱਤੀ ਹੋਈ ਆ, ਚੈਪਟਰ ਦਾ 8th ਚੱਲ ਰਿਹਾ ਅਤੇ ਫਿਗਰ 8.1 ਜਿਹੜੀ ਹੈਗੀ ਚੈਪਟਰ ਦੀ, ਉਹਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਕਿ ਸਪੋਜ਼ ਕਰੋ ਕਿ ਤੁਸੀਂ ਜਿਹੜਾ ਹੈਗਾ ਆ ਵਿਜ਼ਿਟ ਕਰਨ ਗਏ ਹੋ ਕੁਤੁਬ ਮੀਨਾਰ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕੁਤੁਬ ਮੀਨਾਰ ਜਿਹੜੀ ਹੈਗੀ ਆ, ਠੀਕ ਹੈ, ਉਹ ਬਹੁਤ ਹੀ ਜਿਹੜੀ ਹੈਗੀ ਆ ਲੰਬੀ ਬਿਲਡਿੰਗ ਹੈਗੀ ਆ। ਠੀਕ ਹੈ ਜੀ, ਅਤੇ ਨੋਰਮਲੀ ਇੰਨੀ ਲੰਬੀ ਬਿਲਡਿੰਗ ਨੂੰ ਨਾਪਣਾ ਇੱਕ ਨੋਰਮਲ ਬੰਦੇ ਲਈ ਈਜ਼ੀ ਤਾਂ ਹੈਗਾ ਨਹੀਂ। ਠੀਕ ਹੈ, ਉਸ ਕੇਸ ਦੇ ਵਿੱਚ ਕੀ ਹੈਗਾ ਹੈ, ਅਸੀਂ ਕੁਤੁਬ ਮੀਨਾਰ ਦੀ ਜਿਹੜੀ ਲੰਬਾਈ ਹੈਗੀ ਆ, ਠੀਕ ਹੈ, ਜਿਹੜੀ ਕਿ ਮੈਂ ਰੈੱਡ ਤੁਹਾਨੂੰ ਪੈਨ ਦੇ ਨਾਲ ਦਿਖਾ ਰਹੀ ਹਾਂ, ਇਸ ਚੀਜ਼ ਦੀ ਲੰਬਾਈ ਜਿਹੜੀ ਹੈਗੀ ਅਸੀਂ ਕਿਹਨੂੰ ਯੂਜ਼ ਕਰਕੇ ਕਰ ਸਕਦੇ ਹੈਗੇ? ਟ੍ਰਿਗਨੋਮੈਟਰੀ ਦੇ ਕੰਸੈਪਟ ਨੂੰ। ਠੀਕ ਹੈ ਜੀ, ਹੌਲੀ ਜਦੋਂ ਅਸੀਂ ਚੈਪਟਰ 'ਚ ਅੱਗੇ ਵਧਾਂਗੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਕਿ ਅਸੀਂ ਕਰਨਾ ਕਿਵੇਂ ਆ। ਠੀਕ ਹੈ ਜੀ, ਇੱਥੇ ਪਰ ਇੱਕ ਚੀਜ਼ ਮੈਂ ਗੌਰ ਕਰਕੇ ਤੁਹਾਨੂੰ ਹੁਣੇ ਦੱਸ ਦੇਵਾਂ ਕਿ ਦੇਖੋ ਜਿਹੜੀ ਲੰਬਾਈ ਹੈਗੀ ਆ ਉਹਨੂੰ, ਅਤੇ ਇੱਥੇ ਇੱਕ ਬੰਦਾ ਹੈਗਾ ਆ ਜਿਹੜਾ ਕਿ ਕੁਤੁਬ ਮੀਨਾਰ ਨੂੰ ਵੇਖ ਰਿਹਾ ਆ। ਠੀਕ ਹੈ ਜੀ, ਉਹ ਕਿੰਨੀ ਦੂਰੀ 'ਤੇ ਖੜਾ ਆ, ਇੱਕ ਇਹ ਚੀਜ਼ ਮਾਇਨੇ ਰੱਖੇਗੀ। ਇੱਕ ਜਿਹੜੀ ਉਹਦੀ ਲੰਬਾਈ ਹੈਗੀ ਆ, ਇੱਕ ਆਹ ਚੀਜ਼ ਅਸੀਂ ਲੈਣੀ ਆ। ਅਤੇ ਜਿੱਦਾਂ ਉਹ ਕੁਤੁਬ ਮੀਨਾਰ ਦੇ ਛੱਤ ਨੂੰ ਵੇਖ ਰਿਹਾ ਆ, ਇੱਕ 3 ਸਾਈਡਸ, ਠੀਕ ਹੈ, 3 ਸਾਈਡਸ ਦੀ ਇੱਕ ਡਾਇਗਰਾਮ ਸਾਡੇ ਕੋਲ ਬਣ ਗਈ। 3 ਸਾਈਡਸ ਦੀ ਡਾਇਗਰਾਮ ਨੂੰ ਅਸੀਂ ਕੀ ਕਹਿੰਦੇ ਹੈਗੇ? ਟਰਾਈਐਂਗਲ। ਠੀਕ ਹੈ ਜੀ, ਟਰਾਈ ਅਤੇ ਟਰਾਈ, ਟ੍ਰਿਗਨੋਮੈਟਰੀ ਦਾ ਟਰਾਈ ਅਤੇ ਟਰਾਈਐਂਗਲ ਦਾ ਟਰਾਈ, ਇਹ ਦੋਵੇਂ ਮੇਜ਼ ਖਾ ਰਹੇ ਨੇ। ਅਤੇ ਚਲੋ ਅੱਗੇ ਸਮਝਾਂਗੇ ਅਸੀਂ ਕਿਵੇਂ ਮੇਜ਼ ਖਾਂਦੇ ਨੇ। ਠੀਕ ਹੈ, ਅਤੇ ਨੈਕਸਟ ਐਗਜ਼ਾਮਪਲ ਜਿਹੜੀ ਸਾਡੀ ਕਿਤਾਬ ਦੇ ਵਿੱਚ ਦਿੱਤੀ ਹੈਗੀ ਆ ਉਹ ਕੀ ਹੈਗੀ ਆ? ਇਹ ਕਿੱਥੇ ਬੱਚਾ ਹੈਗਾ ਆ ਜਾਂ ਕੋਈ ਵੀ ਇੰਡੀਵਿਜੂਅਲ ਹੈਗਾ ਆ, ਉਹ ਇੱਥੇ ਸਾਡੇ ਕੋਲ ਕੀ ਹੈਗੀ? ਇੱਕ ਦਰਿਆ ਹੈਗਾ ਆ, ਦਰਿਆ ਦੇ ਦੂਜੇ ਪਾਸੇ ਜਿਹੜਾ ਹੈਗਾ ਇੱਥੇ ਇੱਕ ਚੀਜ਼ ਪਈ ਆ, ਕੋਈ ਵੀ ਗਮਲਾ ਪਿਆ ਹੈਗਾ ਜਾਂ ਕੋਈ ਵੀ ਚੀਜ਼ ਪਈ ਹੈਗੀ, ਉਹਨੂੰ ਦੇਖ ਰਹੀ ਹੈ। ਠੀਕ ਹੈ ਜੀ, ਅਤੇ ਟ੍ਰਿਗਨੋਮੈਟਰੀ ਦੇ ਕੰਸੈਪਟ ਨੂੰ ਯੂਜ਼ ਕਰਕੇ ਬੱਚੇ ਅਸੀਂ ਕੀ ਪਤਾ ਕਰ ਸਕਦੇ ਕਿ ਆਹ ਜਿਹੜਾ ਦਰਿਆ ਹੈਗਾ ਆ
ਇਹਦੀ ਜਿਹੜੀ ਲੰਬਾਈ ਹੈਗੀ ਕਿੰਨੀ ਕੁ ਲੰਬੀ ਹੈ ਨਦੀ ਜਾਂ ਕਿੰਨਾ ਕੁ ਲੰਬਾ ਇਹ ਰਿਵਰ ਹੈਗਾ ਆ, ਉਹ ਚੀਜ਼ ਅਸੀਂ ਕਿਹਨੂੰ ਵਰਤ ਸਕਦੇ ਹਾਂ, ਕਿਹਦੇ ਕੰਸੈਪਟ ਨੂੰ, ਟ੍ਰਿਗਨੋਮੈਟਰੀ ਦੇ। ਤੇ ਨਾਰਮਲੀ ਜੇ ਕਰਨਾ ਹੋਵੇ ਤੇ ਬੰਦੇ ਨੂੰ ਕੀ ਕਰਨਾ ਪਏਗਾ, ਇੱਥੇ ਛਲਾਂਗ ਲਗਾਉਣੀ ਪਏਗੀ, ਦਰਿਆ ਵਿੱਚ ਡੁੱਬ ਕੇ ਜਾਣਾ ਪਏਗਾ, ਤੈਰਨਾ ਪਏਗਾ, ਤੇ ਉਹ ਕੰਮ ਜਿਹੜਾ ਹੈਗਾ ਔਖਾ ਹੈਗਾ। ਠੀਕ ਹੈ ਜੀ। ਤੇ ਸਿੰਪਲ ਅਸੀਂ ਟ੍ਰਿਗਨੋਮੈਟਰੀ ਨੂੰ ਯੂਜ਼ ਕਰਕੇ ਇਸ ਦਰਿਆ ਦੀ ਜਿਹੜੀ ਹੈਗੀ ਹੈ ਲੰਬਾਈ ਉਹ ਵੀ ਪਤਾ ਕਰ ਸਕਦੇ ਹਾਂ। ਹੁਣ ਤੱਕ ਅਸੀਂ ਕੀ ਸਿੱਖਿਆ ਕਿ ਅਸੀਂ ਟ੍ਰਿਗਨੋਮੈਟਰੀ ਵਰਤ ਕਿਉਂ ਰਹੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਚੈਪਟਰ ਕਰ ਰਹੇ ਹਾਂ ਉਹ ਚੈਪਟਰ ਦਾ ਮਤਲਬ ਕੀ ਹੈਗਾ ਆ। ਠੀਕ ਹੈ, ਅਸੀਂ ਕਿਉਂ ਕਰ ਰਹੇ ਹਾਂ, ਕਿਉਂ ਕਰ ਰਹੇ ਇਹ ਤੁਹਾਨੂੰ ਪਤਾ ਲੱਗ ਗਿਆ। ਹੁਣ ਚੈਪਟਰ ਦਾ ਮਤਲਬ ਕੀ ਹੈਗਾ ਇਹ ਵੀ ਅੱਗੇ ਅਸੀਂ ਸਮਝ ਲੈਂਦੇ ਹਾਂ। ਦੇਖੋ ਅਗਲਾ ਹੈਗਾ ਆ ਮੀਨਿੰਗ ਆਫ ਟ੍ਰਿਗਨੋਮੈਟਰੀ। ਦੇਖੋ ਟ੍ਰਿਗਨੋਮੈਟਰੀ ਨੂੰ ਹੁਣ ਸਭ ਤੋਂ ਪਹਿਲਾਂ ਤੇ ਅਸੀਂ ਤੋੜਾਂਗੇ। ਠੀਕ ਹੈ ਜੀ। ਤ੍ਰਿਕੋਣ ਮਿਤੀ, ਟ੍ਰਿਗਨੋਮੈਟਰੀ ਦਾ TRIGON ਤੇ OMETRY। ਠੀਕ ਹੈ ਜੀ। ਮੈਂ 3 ਹਿੱਸਿਆਂ 'ਚ ਤੋੜਿਆ। ਹੁਣ ਮੈਂ ਪਹਿਲਾਂ ਦੱਸਿਆ ਸੀ ਨਾ ਟ੍ਰਿਗਨੋਮੈਟਰੀ ਦਾ ਟਰੀ ਤੇ ਟਰਾਇੰਗਲ ਦਾ ਟਰੀ, ਇਹ ਕੀ ਹੋਇਆ, ਇਹਦਾ ਮਤਲਬ ਹੋਇਆ ਟਰਾਇੰਗਲ। ਠੀਕ ਹੈ ਜੀ। 3 ਇਹਦਾ ਮਤਲਬ ਹੋਇਆ 3, ਟਰਾਈ ਮੀਨਸ 3, ਗੌਨ ਮੀਨਸ ਹੋਇਆ ਬੱਚਿਓ ਸਾਈਡਸ, ਭੁਜਾਵਾਂ। ਠੀਕ ਹੈ ਜੀ। ਓਮੈਟਰੀ ਦਾ ਮਤਲਬ ਹੋਇਆ ਸਟੱਡੀ। ਠੀਕ ਹੈ ਜੀ। ਠੀਕ ਹੈ ਜੀ। ਇਹਦਾ ਮਤਲਬ ਹੋਇਆ ਸਟੱਡੀ। ਜਿਵੇਂ ਜਿਓਮੈਟਰੀ ਹੁੰਦੀ ਆ ਉਸੇ ਤਰ੍ਹਾਂ ਟ੍ਰਿਗਨੋਮੈਟਰੀ ਹੈਗੀ ਆ। ਠੀਕ ਹੈ ਜੀ। ਤੇ ਟ੍ਰਿਗਨੋਮੈਟਰੀ ਕੀ ਬਣੀ, ਇਹ ਕੀ ਹੈਗੀ ਆ, ਮੈਥਮੈਟਿਕਸ ਮਤਲਬ ਗਣਿਤ ਦੀ ਇੱਕ ਸ਼ਾਖਾ ਹੈਗੀ ਆ, ਇੱਕ ਬ੍ਰਾਂਚ ਹੈਗੀ ਆ ਜਿਹੜੀ ਕੀ ਸਟੱਡੀ ਕਰਦੀ ਆ ਕਿ ਜਿਹੜਾ ਕਿ ਕੋਈ ਟਰਾਇੰਗਲ ਹੈਗਾ ਆ ਉਹਦੀਆਂ ਸਾਈਡਸ ਮਤਲਬ ਉਹਦੀਆਂ ਭੁਜਾਵਾਂ ਤੇ ਉਹਦੇ ਜਿਹੜੇ ਕੋਣ ਹੈਗੇ ਉਹਨਾਂ ਦੇ ਵਿੱਚ ਆਪਸ 'ਚ ਕੀ ਰਿਲੇਸ਼ਨ ਹੈਗਾ ਆ। ਠੀਕ ਹੈ ਜੀ। ਟਰਾਇੰਗਲ ਹੈਗਾ ਹੈ, ਉਹਦੀਆਂ ਭੁਜਾਵਾਂ ਤੇ ਉਹਦੇ ਜਿਹੜੇ ਕੋਣ ਹੈਗੇ ਆ ABC, ਇਹਦੇ ਕੋਣ ਹੈਗੇ ਕੈਪੀਟਲ, ਤੇ ਭੁਜਾਵਾਂ ਕਿਹੜੀਆਂ ਹੈਗੀਆਂ ਸਮਾਲ a ਸਮਾਲ b ਸਮਾਲ c, ਇਹਨਾਂ ਦੇ ਵਿੱਚ ਕੀ ਰਿਲੇਸ਼ਨ ਹੈਗਾ ਹੈ, ਇਹ ਚੀਜ਼ ਜਿਹੜੀ ਅਸੀਂ ਸਟੱਡੀ ਕਰਦੇ ਹਾਂ ਜਿਹੜੀ ਸ਼ਾਖਾ ਦੇ ਵਿੱਚ ਉਹ ਹੈਗੀ ਆ ਟ੍ਰਿਗਨੋਮੈਟਰੀ। ਠੀਕ ਹੈ ਜੀ। ਤੇ ਇੱਥੇ ਇੱਕ ਗੱਲ ਮੈਂ ਦੱਸਦੀ ਹਾਂ ਕਿ ਜਿਹੜੀ ਟ੍ਰਿਗਨੋਮੈਟਰੀ ਹੈਗੀ ਬੱਚਿਓ ਉਹ ਕਿਸੇ ਵੀ ਟਰਾਇੰਗਲ ਦੇ ਸਾਈਡਸ ਤੇ ਐਂਗਲ ਦਾ ਰਿਲੇਸ਼ਨਸ਼ਿਪ ਪਤਾ ਕਰਦੀ ਆ। ਪਰ ਅਸੀਂ 10ਵੀਂ ਕਲਾਸ ਦੇ ਵਿੱਚ ਕੀ ਕਰਨਾ ਹੈਗਾ, ਅਸੀਂ ਆਪਣੇ ਆਪ ਨੂੰ ਕਨਫਾਈਨ ਰੱਖਾਂਗੇ ਕਿੱਥੇ ਤੱਕ, ਬਸ ਇੱਕ ਰਾਈਟ ਐਂਗਲਡ ਟਰਾਇੰਗਲ ਤੱਕ। ਠੀਕ ਹੈ। ਉਹੀ ਕੋਣ, ਉਹੀ ਤ੍ਰਿਕੋਣ ਜਿਹਦਾ ਇੱਕ ਕੋਣ ਜਿਹੜਾ ਹੈਗਾ ਹੈ ਉਹ 90 ਡਿਗਰੀ ਦਾ ਹੋਏਗਾ। ਇੱਥੇ ਤੁਹਾਨੂੰ ਪਤਾ ਲੱਗ ਰਿਹਾ ਕਿ ਜਿਹੜਾ ਸੀ ਜਿਹੜਾ ਐਂਗਲ ਹੈਗਾ ਹੈ ਉਹ ਤੁਹਾਡਾ ਕੀ ਹੈਗਾ ਆ 90 ਡਿਗਰੀ ਦਾ ਕੋਣ ਹੈਗਾ ਆ। ਠੀਕ ਹੈ ਜੀ। ਅਸੀਂ ਪਿਛਲੀ ਕਲਾਸ ਦੇ ਵਿੱਚ ਰਾਈਟ ਐਂਗਲ ਟਰਾਇੰਗਲ ਕਰਦੇ ਆਏ ਹਾਂ ਤੇ ਉਹਦੇ ਵਿੱਚ ਦੇਖੋ ਨਾਲ ਹੀ ਮੈਂ ਤੁਹਾਨੂੰ ਹੁਣ ਦੱਸਦੀ ਹਾਂ ਰੈਫਰੈਂਸ ਕੋਣ ਕੀ ਹੈਗਾ ਤੇ ਨਾਲ ਹੀ ਮੈਂ ਤੁਹਾਨੂੰ ਰਾਈਟ ਐਂਗਲ ਟਰਾਇੰਗਲ ਬਾਰੇ ਥੋੜੀ ਜਿਹੀ ਦੁਹਰਾਈ ਕਰਵਾ ਦਿੰਨੀ ਆ। ਇਹ ਸਾਡੇ ਕੋਲ ABC ਜਿਹੜਾ ਹੈਗਾ ਆ। ਠੀਕ ਹੈ ਜੀ। ਇਹ ਸਾਡੇ ਕੋਲ ਇੱਕ ਐਂਗਲ ਟਰਾਇੰਗਲ ਦਿੱਤਾ ਹੋਇਆ ਆ। ਇਹਦੀ ਜਿਹੜੀ ਸਭ ਤੋਂ ਲੰਬੀ ਭੁਜਾ ਹੈਗੀ ਆ, ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਹੈਗੇ ਆ, ਕਰਨ। ਪੰਜਾਬੀ 'ਚ ਕਰਨ ਕਹਿੰਦੇ ਆ ਤੇ ਇੰਗਲਿਸ਼ 'ਚ ਆਪਾਂ ਇਹਨੂੰ ਕੀ ਕਹਿੰਦੇ ਹੈਗੇ, ਹਾਈਪੋਟੇਨਿਊਜ਼। ਠੀਕ ਹੈ ਜੀ। ਜਿਹੜਾ ਬੇਸ ਹੈਗਾ ਆ ਇਹਨੂੰ ਇੰਗਲਿਸ਼ 'ਚ ਕਹਿੰਦੇ ਬੇਸ, ਪੰਜਾਬੀ 'ਚ ਇਸੇ ਚੀਜ਼ ਨੂੰ ਆਪਾਂ ਕਹਿੰਦੇ ਹੈਗੇ ਆਧਾਰ। ਠੀਕ ਹੈ ਜੀ। ਜਿਹੜੀ ਆਹ ਵਾਲੀ ਸਾਈਡ ਹੈਗੀ ਇਹਨੂੰ ਆਪਾਂ ਕਹਿੰਦੇ ਹੈਗੇ ਪਰਪੈਂਡੀਕੂਲਰ। ਠੀਕ ਹੈ ਜੀ। ਤੇ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਹੈਗੇ, ਲੰਬ। ਠੀਕ ਹੈ ਜੀ। ਇਹਨਾਂ ਪਤਾ ਲੱਗ ਗਿਆ। ਹੁਣ ਗੱਲ ਆਈ ਹੈਗੀ ਆ ਰੈਫਰੈਂਸ ਐਂਗਲ ਦੀ। ਠੀਕ ਹੈ ਜੀ। ਰੈਫਰੈਂਸ ਐਂਗਲ ਕੀ ਹੈਗਾ ਆ, ਦੇਖੋ ਇਸ ਟਰਾਇੰਗਲ ਦੇ ਵਿੱਚ, ਇਸ ਤ੍ਰਿਭੁਜ ਦੇ ਵਿੱਚ ਜਿਹੜਾ ਐਂਗਲ ਸੀ ਹੈਗਾ ਆ ਉਹਦਾ ਮਾਪ ਕਿੰਨਾ ਹੈਗਾ ਆ 90 ਡਿਗਰੀ। 90 ਡਿਗਰੀ ਦੇ ਸਾਹਮਣੇ ਵਾਲੀ ਜਿਹੜੀ ਭੁਜਾ ਹੋਏਗੀ, ਠੀਕ ਹੈ ਜੀ, ਉਹ ਕੀ ਹੋਏਗੀ, ਕਰਨ ਹੋਏਗੀ, ਉਹ ਹਾਈਪੋਟੇਨਿਊਜ਼ ਹੋਏਗੀ। ਠੀਕ ਹੈ। ਹੁਣ ਜਦੋਂ ਮੈਂ ਐਂਗਲ A ਦੀ ਗੱਲ ਕਰ ਰਹੀ ਹਾਂ, ਐਂਗਲ A ਦੀ ਗੱਲ ਕਰ ਰਹੀ ਹਾਂ ਤੇ ਮਤਲਬ ਮੈਂ ਐਂਗਲ A ਦੇ ਨਾਲ ਦਾ ਜਿਹੜਾ, ਜਦੋਂ ਮੈਂ ਇਹਦੀ ਐਡਜੈਸੈਂਟ ਸਾਈਡ ਕੱਢਣੀ ਆ ਜਾਂ ਜਿਹਨੂੰ ਮੈਂ ਲਾਗਵੀਂ ਭੁਜਾ ਕਹਿੰਦੀ ਆ, ਉਹ ਲਾਗਵੀਂ ਭੁਜਾ ਮੇਰੀ ਜਿਹੜੀ ਹੈਗੀ, ਮੈਂ ਕਲਰ ਡਿਫਰੈਂਟ ਕਰਕੇ ਦਿਖਾਉਂਦੀ ਹਾਂ ਤੁਹਾਨੂੰ ਤਾਂ ਪਤਾ ਲੱਗੇਗਾ। ਲਾਗਵੀਂ ਭੁਜਾ A ਦੀ ਕੀ ਹੋਏਗੀ, ਇਹ ਨੀਚੇ ਵਾਲੀ। ਠੀਕ ਹੈ ਜੀ। ਲਾਗਵੀਂ ਮਤਲਬ A ਦੇ ਨਾਲ ਜਿਹੜੀ ਲੱਗ ਰਹੀ ਹੈ। ਠੀਕ ਹੈ ਜੀ। ਇਹ ਆ ਗਿਆ ਕੋਣ A ਦੀ ਲਾਗਵੀਂ ਭੁਜਾ। ਠੀਕ ਹੈ ਜੀ। ਕੋਣ A ਦੇ ਇਹਦੇ ਅਕੋਰਡਿੰਗਲੀ, ਕੋਣ A ਦੇ ਅਕੋਰਡਿੰਗਲੀ ਲੰਬ ਕੀ ਹੋਏਗਾ, ਜਿਹੜਾ A ਐਂਗਲ ਹੈਗਾ ਉਹਦੇ ਸਾਹਮਣੇ ਵਾਲੀ ਭੁਜਾ। ਜਿੱਦਾਂ C ਦੇ ਸਾਹਮਣੇ ਵਾਲੀ ਭੁਜਾ ਕਰਨ ਹੋ ਗਈ, A ਦੇ ਸਾਹਮਣੇ ਵਾਲੀ ਭੁਜਾ ਸਾਡੀ ਕੀ ਹੋਏਗੀ ਬੱਚਿਓ, ਲੰਬ ਹੋਏਗੀ, ਸਾਡਾ ਪਰਪੈਂਡੀਕੂਲਰ ਹੋਏਗੀ। ਠੀਕ ਹੈ ਜੀ। ਹੁਣ ਦੇਖੋ ਜੇ ਮੈਂ ਐਂਗਲ B ਦੀ ਗੱਲ ਕਰ ਰਹੀ ਹਾਂ, ਜੇ ਮੈਂ ਐਂਗਲ B ਦੀ ਗੱਲ ਕਰ ਰਹੀ ਹਾਂ, ਠੀਕ ਹੈ ਜੀ, ਪਹਿਲੀ ਗੱਲ ਤੇ ਐਂਗਲ C ਦੇ ਆਪੋਜ਼ਿਟ ਜਿਹੜੀ ਹੈਗੀ ਉਹ ਤੇ ਸਾਡਾ ਕੀ ਹੋਏਗੀ, ਹਾਈਪੋਟੇਨਿਊਜ਼ ਹੀ ਹੋਏਗੀ। ਐਂਗਲ B ਦੇ ਲਾਗਵੀਂ ਭੁਜਾ ਕਿਹੜੀ ਹੋ ਗਈ, ਐਂਗਲ B ਦੀ ਲਾਗਵੀਂ ਭੁਜਾ ਹੁਣ ਮੈਂ ਗ੍ਰੀਨ ਕਲਰ ਨਾਲ ਦਿਖਾਉਣ ਲੱਗੀ ਹਾਂ ਜਿਹੜੀ ਐਂਗਲ B ਦੇ ਨਾਲ ਲੱਗੀ ਹੈ। ਠੀਕ ਹੈ ਜੀ।
ਕਰਨ ਨੂੰ ਛੱਡ ਕੇ ਹਾਈਪੋਟੀਨਿਊਸ ਨੂੰ ਛੱਡ ਕੇ ਦੋਵੇਂ ਜਿਹੜੀਆਂ ਸਾਈਡਸ ਹੈਗੀਆਂ ਇਹ ਅਦਲਾ ਬਦਲੀ ਹੁੰਦੀਆਂ ਆ। ਜਿਹੜੀ ਭੁਜਾ ਕੋਣ ਦੇ ਨਾਲ ਲੱਗੀ ਹੈਗੀ ਉਹ ਉਹਦੀ ਲਾਗਵੀਂ ਭੁਜਾ ਹੋਏਗੀ, ਉਹਨੂੰ ਨਾਲ ਹੀ ਆਪਾਂ ਕੀ ਕਵਾਂਗੇ ਬੇਸ। ਜਦੋਂ ਆਪਾਂ ਐਂਗਲ ਬੀ ਲੈ ਰਹੇ ਹਾਂ, ਠੀਕ ਹੈ ਜੀ, ਐਂਗਲ ਬੀ ਲੈ ਰਹੇ ਹਾਂ ਤੇ ਸਾਡਾ ਜਿਹੜਾ ਬੇਸ ਹੈਗਾ ਆ ਉਸ ਭੁਜਾ ਜਿਹੜੀ ਮੇਰੀ ਕਿਹੜੀ ਹੋਏਗੀ, ਆਹ ਵਾਲੀ ਭੁਜਾ ਹੋਏਗੀ। ਤੇ ਨਾਲ ਹੀ ਜਦੋਂ ਮੈਂ ਐਂਗਲ ਬੀ ਲੈ ਰਹੀ ਹਾਂ ਤੇ ਮੈਂ ਜਦੋਂ ਲੰਬ ਦੀ ਗੱਲ ਕਰਨੀ ਹੈ ਤੇ ਮੇਰਾ ਲੰਬ ਕੀ ਹੋਏਗਾ, ਬੀ ਦੇ ਸਾਹਮਣੇ ਵਾਲੀ ਭੁਜਾ, ਬੀ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਕਿ ਮੈਂ ਪਰਪਲ ਕਲਰ ਨਾਲ ਦਿਖਾਉਣ ਲੱਗੀ ਹਾਂ, ਠੀਕ ਹੈ ਜੀ। ਉਸ ਕੇਸ ਦੇ ਵਿੱਚ ਇਹ ਮੇਰਾ ਕੀ ਹੋ ਜਾਏਗਾ, ਲੰਬ ਹੋ ਜਾਏਗਾ, ਠੀਕ ਹੈ ਜੀ। ਇਹ ਬਹੁਤ ਜ਼ਰੂਰੀ ਹੈਗਾ ਇਹ ਕਨਸੈਪਟ ਸਮਝਣਾ ਕਿ ਕਿਹੜਾ ਐਂਗਲ ਲੈ ਰਹੇ ਹਾਂ ਤੇ ਉਸ ਐਂਗਲ ਦੇ ਨਾਲ ਸਾਡਾ ਜਿਹੜਾ ਲੰਬ ਹੈਗਾ ਆ ਤੇ ਬੱਚਿਓ ਸਾਡੀ ਜਿਹੜੀ ਆਧਾਰ ਹੈਗੀ ਆ ਇਹ ਬਦਲਦੀ ਆ, ਤਾਂ ਕਰਕੇ ਆਪਾਂ ਇਹਨੂੰ ਸੰਬੰਧਿਤ ਕੋਣ ਜਾਂ ਰੈਫਰੈਂਸ ਐਂਗਲ ਕਹਿੰਦੇ ਆ, ਠੀਕ ਹੈ ਜੀ। ਕੌਣ ਡਿਸਾਈਡ ਕਰੇਗਾ ਕਿ ਸਾਡਾ ਲੰਬ ਕੀ ਹੋਏਗਾ ਤੇ ਸਾਡਾ ਆਧਾਰ ਕੀ ਹੋਏਗਾ। ਜੇ ਏ ਹੈਗਾ ਤੇ ਲੰਬ ਆਧਾਰ ਵੱਖਰਾ ਹੋਏਗਾ, ਜੇ ਬੀ ਹੈਗਾ ਤੇ ਲੰਬ ਆਧਾਰ ਸਾਡੀ ਵੱਖਰੀ ਹੋਏਗੀ, ਠੀਕ ਹੈ ਜੀ। ਇੱਥੋਂ ਤੱਕ ਸਮਝ ਆ ਗਿਆ ਤੇ ਅੱਗੇ ਚੱਲਦੇ ਹਾਂ। ਇੱਥੇ ਬਸ ਇਹੀ ਚੀਜ਼ ਦਿਖਾਈ ਗਈ ਹੈਗੀ ਕਿ ਇੱਕ ਮੈਂ ਰਾਈਟ ਐਂਗਲ ਟਰਾਇੰਗਲ ਲਿਆ ਹੈਗਾ ਹੈ ਜਿਹੜਾ ਕਿ ਰਾਈਟ ਐਂਗਲ ਕਿਤੇ ਹੈਗਾ ਬੀ ਤੇ ਤੁਹਾਨੂੰ ਮੈਂ ਹੁਣੇ ਦੱਸਿਆ ਸੀਗਾ ਕਿ ਜਿਹੜਾ 90 ਡਿਗਰੀ ਦਾ ਕੋਣ ਹੋਏਗਾ ਉਸ ਤੋਂ ਸਾਹਮਣੇ ਵਾਲੀ ਭੁਜਾ ਉਹ ਕੀ ਹੋਏਗੀ, ਹਾਈਪੋਟੀਨਿਊਸ ਹੋਏਗੀ। ਇਹਨੂੰ ਮੈਂ ਕੀ ਲਿਖੂੰਗੀ, ਕਰਨ, ਠੀਕ ਹੈ ਜੀ। ਓਕੇ, ਹੁਣ ਇੱਥੇ ਕੀ ਲਿਖਿਆ ਦੇਖੋ, ਐਂਗਲ ਏ ਲਿਖਿਆ ਨਾ, ਐਂਗਲ ਏ ਦੇ ਨੀਚੇ ਇੱਥੇ ਕੀ ਲਿਖਿਆ ਹੋਇਆ, ਬੇਸ ਜਾਂ ਲਿਖਿਆ ਹੈਗਾ ਸਾਈਡ ਐਡਜੈਸੈਂਟ ਟੂ ਐਂਗਲ ਏ, ਮਤਲਬ ਐਂਗਲ ਏ ਦੀ ਲਾਗਵੀਂ ਭੁਜਾ। ਐਡਜੈਸੈਂਟ ਨੂੰ ਪੰਜਾਬੀ 'ਚ ਕਹਿੰਦੇ ਹੈਗੇ ਲਾਗਵੀਂ, ਠੀਕ ਹੈ ਜੀ। ਐਂਗਲ ਏ ਦੀ ਲਾਗਵੀਂ ਭੁਜਾ ਇਹ ਨੀਚੇ ਵਾਲੀ ਹੋਗੀ, ਇਸ ਕਰਕੇ ਇਹਨੂੰ ਬੇਸ ਮੰਨਿਆ ਆ। ਹੁਣ ਇਹਦਾ ਲੰਬ ਕੱਢਣਾ ਹੈਗਾ ਤੇ ਲੰਬ ਕੀ ਹੋਏਗਾ, ਏ ਦੇ ਸਾਹਮਣੇ ਵਾਲੀ ਭੁਜਾ, ਏ ਦੇ ਸਾਹਮਣੇ ਵਾਲੀ ਭੁਜਾ ਕੀ ਹੋ ਜਾਏਗੀ, ਮੇਰਾ ਪਰਪੈਂਡੀਕੂਲਰ ਹੋ ਜਾਏਗੀ। ਇਹਨੂੰ ਮੈਂ ਲਿਖ ਦੇਣਾ ਹੈਗਾ ਆ ਲੰਬ, ਠੀਕ ਹੈ ਜੀ। ਇੱਥੇ ਕੀ ਲਿਖਿਆ ਹੋਇਆ, ਸਾਈਡ ਆਪੋਜ਼ਿਟ ਟੂ ਐਂਗਲ ਏ, ਇਹਨੂੰ ਪਰਪੈਂਡੀਕੂਲਰ ਮੰਨਾਂਗੇ। ਜਿਹੜੀ ਏ ਦੇ ਸਨਮੁਖ ਭੁਜਾ ਹੈਗੀ ਆ, ਸਾਹਮਣੇ ਵਾਲੀ ਭੁਜਾ, ਉਹਨੂੰ ਮੈਂ ਲੰਬ ਕਹੂੰਗੀ, ਠੀਕ ਹੈ ਜੀ। ਇੱਥੋਂ ਤੱਕ ਅਸੀਂ ਜਿਹੜਾ ਹੈਗਾ ਆ ਰੈਫਰੈਂਸ ਐਂਗਲ ਜਿਹੜਾ ਹੈਗਾ ਉਹ ਸਮਝ ਚੁੱਕੇ ਹਾਂ, ਠੀਕ ਹੈ ਜੀ। ਅੱਗੇ ਦੇਖੀਏ ਅੱਗੇ ਕੀ ਹੈਗਾ ਆ। ਹੁਣ ਗੱਲ ਹੈਗੀ ਆ ਐਂਗਲ ਮੇਜਰਸ ਦੀ, ਮਤਲਬ ਕਿ ਕੋਈ ਨਾ ਕੋਈ ਅਸੀਂ ਐਂਗਲ ਲੈਣੇ ਹੈਗੇ ਆ, ਠੀਕ ਹੈ। ਉਸ ਐਂਗਲ ਦੇ ਵੀ ਅਸੀਂ ਕੋਈ ਨਾਮ ਰੱਖ ਲੈਂਦੇ ਹਾਂ, ਠੀਕ ਹੈ। ਜਦੋਂ ਤੱਕ ਸਾਨੂੰ ਉਹਦੀ ਪਰਟੀਕੂਲਰ ਡਿਗਰੀ ਨਹੀਂ ਪਤਾ ਹੁੰਦੀ, ਮੰਨ ਲਓ ਇੱਥੇ ਐਂਗਲ ਏ ਜਿਹੜਾ ਹੈਗਾ ਹੈ, ਹੁਣ ਸਾਨੂੰ ਨਹੀਂ ਪਤਾ ਹੈਗਾ ਕਿ ਕਿਹੜਾ ਡਿਗਰੀ ਦਾ ਐਂਗਲ ਬਣ ਰਿਹਾ, ਠੀਕ ਹੈ। ਬੀ ਤੇ ਸਾਨੂੰ ਪਤਾ ਕਿ 90 ਦਾ ਬਣ ਰਿਹਾ, ਤੇ ਉਸ ਚੀਜ਼ ਨੂੰ ਆਪਾਂ ਕੋਈ ਵੀ ਐਂਗਲ ਮੰਨ ਲਿਆ ਤੇ ਉਸ ਐਂਗਲ ਨੂੰ ਮੰਨਣ ਲਈ ਅਸੀਂ ਕੁਝ ਇੱਦਾਂ ਦਾ ਨਿਸ਼ਾਨ ਵਰਤਿਆ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹੈਗੇ ਥੀਟਾ ਤੇ ਪੰਜਾਬੀ 'ਚ ਵੀ ਇਹਨੂੰ ਕਵਾਂਗੇ ਥੀਟਾ। ਬਸ ਲਿਖਣਾ ਹੀ ਹੈ, ਇੰਗਲਿਸ਼ 'ਚ ਥੀਟਾ ਲਿਖ ਦੇਵਾਂਗੇ, ਉਸੇ ਤਰ੍ਹਾਂ ਉਹਨੂੰ ਪੰਜਾਬੀ 'ਚ ਥੀਟਾ ਲਿਖਾਂਗੇ। ਜੇ ਥੀਟਾ ਅਸੀਂ ਲੈ ਲਿਆ ਤੇ ਕੋਈ ਹੋਰ ਐਂਗਲ ਵੱਖਰਾ ਹੈਗਾ ਹੈ ਤੇ ਇਹਨੂੰ ਜਿਹੜਾ ਹੈਗਾ ਆਪਾਂ ਐਂਗਲ ਫਾਈ ਕਹਿ ਸਕਦੇ ਹਾਂ, ਠੀਕ ਹੈ। PHI ਇਹ ਜਸਟ ਇਹਦੇ ਨਾਮ ਹੈਗੇ। ਜਿਸ ਤਰ੍ਹਾਂ ਅਸੀਂ ਅਲਜੈਬਰਾ ਦੇ ਵਿੱਚ XYZ ਵਰਤਦੇ ਸੀਗੇ ਨਾ, ਉੱਥੇ ਵੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਨੰਬਰਸ ਤੱਕ ਤੇ ਕਰ ਲਿਆ, ਹੁਣ ਅਸੀਂ ਐਲਫਾਬੈਟਸ ਤੇ ਆ ਗਏ ਹਾਂ, ਠੀਕ ਹੈ। ਉੱਥੇ ਆਪਾਂ ਉਹਨੂੰ ਵੇਰੀਏਬਲਸ ਲੈ ਕੇ ਚੱਲਦੇ। ਇੱਥੇ ਜਿਹੜੇ ਹੈਗੇ ਆਪਾਂ ਕੋਨਾਂ ਦੇ ਮਾਪ ਨੂੰ, ਜਦੋਂ ਤੱਕ ਸਾਨੂੰ ਉਹਦਾ ਐਗਜ਼ੈਕਟ ਮਾਪ ਨਹੀਂ ਪਤਾ ਹੁੰਦਾ, ਅਸੀਂ ਉਹਨੂੰ ਇੱਕ ਉਹਦਾ ਨਾਮ ਰੱਖ ਲੈਂਦੇ ਕਿ ਐਂਗਲ ਥੀਟਾ ਹੋ ਗਿਆ, ਇਹਨੂੰ ਐਂਗਲ ਥੀਟਾ ਮੰਨ ਲਿਆ, ਇਹਨੂੰ ਐਂਗਲ ਅਸੀਂ ਫਾਈ ਮੰਨ ਲਿਆ ਹੈਗਾ, ਠੀਕ ਹੈ। ਇਹ ਛੋਟੇ ਛੋਟੇ ਜਿਹੜੇ ਕਨਸੈਪਟ ਹੈਗੇ ਆ ਇਹ ਵੀ ਤੁਹਾਨੂੰ ਸਮਝ ਆਉਣੇ ਚਾਹੀਦੇ ਆ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਤੇ ਇੱਕ ਮੇਨ ਫਾਰਮੂਲਾ ਜਿਹੜਾ ਤੁਸੀਂ ਆਪਣੇ ਮਾਈਂਡ 'ਚ ਸਾਰੇ ਬੱਚਿਆਂ ਨੇ ਬਿਠਾ ਲੈਣਾ, ਉਹ ਕੀ ਹੈਗਾ ਆ। ਇੱਥੇ ਮੈਂ ਬਹੁਤ ਰੀਡ ਕਰਨ ਲੱਗੀ, ਤੁਸੀਂ ਵੀ ਮੇਰੇ ਨਾਲ ਰੀਡ ਕਰੋ। ਕੀ ਹੈਗਾ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ, ਠੀਕ ਹੈ ਜੀ। ਹਿੰਦੀ ਦੀ ਲਾਈਨ ਹੈਗੀ ਆ, ਇਹ ਸਾਰਿਆਂ ਨੂੰ ਤੁਸੀਂ ਇੱਦਾਂ ਹੀ ਯਾਦ ਕਰਨਾ ਹੈ। ਕੀ ਹੈਗਾ, ਇੱਕ ਵਾਰੀ ਦੁਬਾਰਾ ਰੀਡ ਕਰਦੇ ਹਾਂ। ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ, ਮਤਲਬ ਪੰਡਿਤ, ਠੀਕ ਹੈ। ਪੰਡਿਤ ਦਾ ਨਾਮ ਹੈਗਾ ਬਦਰੀ ਪ੍ਰਸਾਦ, ਉਹ ਕੀ ਬੋਲ ਰਿਹਾ, ਹਰ ਹਰ ਬੋਲ, ਠੀਕ ਹੈ ਜੀ। ਇਹਦੇ ਨਾਲ ਇੱਕ ਲਾਈਨ ਹੋ ਤੁਸੀਂ ਹੋਰ ਯਾਦ ਕਰ ਲੈਣੀ ਹੈਗੀ ਆ, ਕੀ ਹੈਗੀ, ਸੋਨਾ ਚਾਂਦੀ ਤੋਲ, ਠੀਕ ਹੈ ਜੀ। ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ ਸੋਨਾ ਚਾਂਦੀ ਤੋਲ। ਇਹ ਜਦੋਂ ਤੁਸੀਂ ਲਾਈਨ ਯਾਦ ਕਰ ਲਈ ਤੇ ਤੁਹਾਨੂੰ ਟ੍ਰਿਗਨੋਮੈਟਰੀ ਦੀ ਬੱਚਿਓ ਅੱਧੀ ਤੇ ਉੱਦਾਂ ਹੀ ਯਾਦ ਹੋ ਗਈ, ਠੀਕ ਹੈ ਜੀ। ਇਹ ਅੱਗੇ ਅਸੀਂ ਜਿਹੜੀ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕਰਨੇ, ਅਸੀਂ ਅਨੁਪਾਤ ਕਰਨੇ ਆ, ਉਹਦੇ ਵਿੱਚ ਤੁਹਾਨੂੰ ਇਹ ਫਾਰਮੂਲਾ ਜਿਹੜਾ ਹੈਗਾ ਹੈ ਇਸ ਹਿਸਾਬ ਨਾਲ ਯਾਦ ਹੋ ਜਾਏਗਾ, ਠੀਕ ਹੈ। ਸਿੰਪਲ ਜਿਹਾ ਯਾਦ ਕਰਨ ਦਾ ਤਰੀਕਾ ਹੈਗਾ ਹੈ। ਫਿਰ ਕੀ ਹੈਗਾ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ ਸੋਨਾ ਚਾਂਦੀ ਤੋਲ। ਹੁਣ ਇਹਨੂੰ ਵਰਤਣਾ ਕਿਵੇਂ, ਇਹ ਦੇਖੀਏ ਆਪਾਂ ਜਰਾ। ਅੱਛਾ ਦੇਖੋ, ਹੁਣ ਇੱਥੇ ਇੱਕ ਰਾਈਟ ਐਂਗਲ ਟਰਾਇੰਗਲ ਬਣਾਇਆ ਮੈਂ, ਠੀਕ ਹੈ ਜੀ। ਐਂਗਲ ਬੀ ਜਿਹੜਾ ਹੈਗਾ 90 ਦਾ ਬਣ ਗਿਆ। ਹੁਣ ਅਸੀਂ ਐਂਗਲ ਸੀ ਲਿਆ, ਐਂਗਲ ਸੀ ਦਾ ਮੇਜਰ ਅਸੀਂ ਕੀ ਲੈ ਲਿਆ, ਥੀਟਾ।
ਹੁਣ ਐਂਗਲ ਸੀ ਇੱਥੇ ਰੈਫਰੈਂਸ ਐਂਗਲ, ਅਸੀਂ ਸੀ ਐਂਗਲ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਐਂਗਲ ਸੀ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਆ ਉਹ ਕੀ ਹੋ ਗਈ, ਮੇਰਾ ਲੰਬ, ਇਹਨੂੰ ਮੈਂ ਪੀ ਲਿਖਿਆ ਆ। ਜਿਹੜੀ ਨੀਚੇ ਵਾਲੀ ਭੁਜਾ ਹੈਗੀ ਆ ਇਹ ਹੋ ਗਈ ਆਧਾਰ, ਇਹਨੂੰ ਮੈਂ ਬੀ ਲਿਖਿਆ, ਜਿਹੜਾ ਸਕਰੀਨ ਤੇ ਨਹੀਂ ਨਜ਼ਰ ਆ ਰਿਹਾ ਮੈਂ ਇੱਥੇ ਲਿਖ ਦਿੰਦੀ ਹਾਂ, ਠੀਕ ਹੈ। ਬੀ, ਪੀ ਤੇ ਐਚ, ਠੀਕ ਹੈ ਜੀ। ਹਾਈਪੋਟੇਨਿਊਸ ਨੂੰ ਤੁਸੀਂ ਐਚ ਯਾਦ ਰੱਖਣਾ, ਪਰਪੈਂਡੀਕੂਲਰ ਲੰਬ ਨੂੰ ਤੁਸੀਂ ਪੀ ਯਾਦ ਰੱਖ ਲੈਣਾ, ਤੇ ਆਧਾਰ ਨੂੰ, ਬੇਸ ਨੂੰ ਅਸੀਂ ਬੀ ਯਾਦ ਰੱਖ ਲੈਣਾ। ਹੁਣ ਸਾਡਾ ਫਾਰਮੂਲਾ ਕੀ ਸੀਗਾ, ਪੰਡਿਤ, ਬਦਰੀ, ਪ੍ਰਸਾਦ, ਹਰ, ਹਰ, ਬੋਲ, ਸੋਨਾ, ਚਾਂਦੀ, ਤੋਲ, ਠੀਕ ਹੈ ਜੀ। ਹੁਣ ਕੀ ਹੈਗਾ ਆ, ਜਿਹੜੇ ਮੈਂ ਦੇਖੋ ਇੱਥੇ ਸਰਕਲ ਕੀਤੇ ਨਾ ਪੀ ਐਚ ਤੇ ਐਸ, ਬੀ ਐਚ ਸੀ, ਪੀ ਬੀ ਟੀ, ਜਿਹੜੇ ਵੀ ਮੈਂ ਤੁਹਾਨੂੰ 9 ਅੱਖਰ ਯਾਦ ਕਰਾਏ ਉਹਨਾਂ ਸਾਰਿਆਂ ਦਾ ਪਹਿਲਾ ਪਹਿਲਾ ਅੱਖਰ ਜਿਹੜਾ ਹੈਗਾ ਤੁਸੀਂ ਯਾਦ ਰੱਖਣਾ ਆ। ਜਦੋਂ ਐਸ ਯਾਦ ਰੱਖਣਾ ਹੈ, ਐਸ ਨੂੰ ਕੀ ਲਿਖਣਾ ਤੁਸੀਂ, ਪੀ ਬਟਾ ਐਚ, ਇਹ ਇੱਥੇ ਦੇਖਿਓ ਬੈ, ਜਿਹੜਾ ਐਸ ਹੈਗਾ ਬੱਚੇ ਉਹਨੂੰ ਤੁਸੀਂ ਕੀ ਲਿਖਣਾ, ਪੀ ਬਟਾ ਐਚ। ਜਦੋਂ ਸੀ ਲਿਖਣਾ, ਸੀ ਨੂੰ ਤੁਸੀਂ ਲਿਖੋਗੇ ਬੀ ਬਟਾ ਐਚ। ਜਿਹੜਾ ਟੀ ਹੈਗਾ ਆ ਉਹਨੂੰ ਲਿਖਾਂਗੇ ਅਸੀਂ ਪੀ ਬਟਾ ਬੀ, ਠੀਕ ਹੈ ਜੀ। ਹੁਣ ਇਹ ਚੀਜ਼ਾਂ ਅੱਗੇ ਕੀ ਬਣਦੀਆਂ ਆ, ਦੁਬਾਰਾ ਦੇਖ ਲਈਏ ਜਰਾ, ਆ ਦੇਖੋ ਅਗਲੇ ਪੇਜ ਤੇ ਮੈਂ ਲਿਖਦੀ ਹਾਂ ਦੁਬਾਰਾ, ਪੰਡਿਤ, ਬਦਰੀ, ਪ੍ਰਸਾਦ, ਠੀਕ ਹੈ ਜੀ, ਹਰੀ, ਹਰੀ, ਬੋਲ ਤੇ ਸੋਨਾ, ਚਾਂਦੀ, ਤੋਲ, ਠੀਕ ਹੈ ਜੀ। ਪਹਿਲੇ ਪਹਿਲੇ ਅੱਖਰ ਲਿਖ ਲਏ। ਹੁਣ ਐਸ ਤੋਂ ਤੁਸੀਂ ਯਾਦ ਰੱਖ ਲੈਣਾ ਹੈ, ਇਹ ਹੈਗਾ ਆ ਸਾਈਨ ਥੀਟਾ, ਇਹ ਹੈਗਾ ਆ, ਸੌਰੀ ਦੁਬਾਰਾ ਲਿਖਦੀ ਹਾਂ, ਇਹ ਹੈਗਾ ਸਾਈਨ ਥੀਟਾ, ਇਹ ਹੈਗਾ ਕੋਸ ਥੀਟਾ, ਇਹ ਹੈਗਾ ਆ ਟੈਨ ਥੀਟਾ, ਠੀਕ ਹੈ ਜੀ। ਸਾਈਨ ਥੀਟਾ ਦੀ ਵੈਲਿਊ ਹੋਏਗੀ ਪੀ ਬਟਾ ਐਚ, ਪੀ ਬਟਾ ਐਚ ਜਾਂ ਪੀ ਅਪੋਨ ਐਚ। ਕੋਸ ਥੀਟਾ ਦੀ ਵੈਲਿਊ ਹੋਏਗੀ ਬੀ ਬਟਾ ਐਚ। ਟੈਨ ਥੀਟਾ ਦੀ ਵੈਲਿਊ ਹੋਏਗੀ ਪੀ ਬਟਾ ਬੀ। ਪੀ ਹੈਗਾ ਪਰਪੈਂਡੀਕੂਲਰ, ਪਰਪੈਂਡੀਕੂਲਰ ਲੰਬ, ਐਚ ਹੈਗਾ ਹਾਈਪੋਟੇਨਿਊਸ ਕਰਨ, ਬੀ ਹੈਗਾ ਆਧਾਰ ਜਿਹਨੂੰ ਆਪਾਂ ਬੇਸ ਕਰਨੇ, ਠੀਕ ਹੈ ਜੀ। ਸਾਈਨ ਥੀਟਾ, ਕੋਸ ਥੀਟਾ ਤੇ ਟੈਨ ਥੀਟਾ। ਨਾਲ ਹੀ ਜਿਹੜਾ ਹੈਗਾ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖ ਲੈਣੀ ਆ, ਤੁਸੀਂ ਇੱਕ ਵੈਲਿਊ ਯਾਦ ਰੱਖਣੀ ਹੈਗੀ ਕੋਸੀਕੈਂਡ ਥੀਟਾ, ਠੀਕ ਹੈ ਜੀ। ਇਹ ਤੁਸੀਂ ਦੂਜੀ ਯਾਦ ਰੱਖਣੀ ਹੈਗੀ ਸੀਕੈਂਡ ਥੀਟਾ, ਤੇ ਫਿਰ ਤੁਸੀਂ ਯਾਦ ਰੱਖਣੀ ਹੈਗੀ ਕੋਟ ਥੀਟਾ। ਜਦੋਂ ਕੋਸੀਕੈਂਡ ਥੀਟਾ ਤੁਸੀਂ ਕਰਨਾ ਹੈਗਾ ਹੈ, ਜਿਹੜਾ ਪੀ ਅਪੋਨ ਐਚ ਸੀਗਾ ਉਹਨੂੰ ਤੁਸੀਂ ਕੀ ਕਰ ਲੈਣਾ, ਉਲਟਾ ਕਰ ਲੈਣਾ। ਇਹਦੀ ਵੈਲਿਊ ਤੁਸੀਂ ਯਾਦ ਰੱਖ ਲੈਣੀ ਹੈਗੀ ਐਚ ਬਟਾ ਪੀ, ਠੀਕ ਹੈ ਜੀ। ਜਦੋਂ ਸੀਕੈਂਡ ਥੀਟਾ ਯਾਦ ਰੱਖਣਾ ਹੈ ਉਹਦੇ ਲਈ ਤੁਸੀਂ ਕੀ ਕਰਨਾ, ਬੀ ਬਟਾ ਐਚ ਜਿਹੜਾ ਹੈਗਾ ਇਹਨੂੰ ਪੁੱਠਾ ਕਰ ਦੇਣਾ, ਉਹ ਕੀ ਬਣ ਗਿਆ ਐਚ ਬਟਾ ਬੀ। ਜਦੋਂ ਕੋਟ ਥੀਟਾ ਕਰਨਾ ਹੈ, ਸਮਝ ਆ ਗਿਆ ਨਾ, ਜਿਹੜਾ ਬੀ ਅਪੋਨ ਪੀ ਅਪੋਨ ਬੀ ਹੈਗਾ ਇਹਨੂੰ ਪੁੱਠਾ ਕਰ ਦੇਣਾ, ਇਹ ਕੀ ਬਣ ਗਿਆ ਬੀ ਅਪੋਨ ਪੀ। ਤੇ 3 ਫਾਰਮੂਲੇ ਸਾਡੇ ਕੋਲ ਇਹ ਵੀ ਅਸੀਂ ਹੁਣੇ ਕੀਤੇ, ਠੀਕ ਹੈ ਜੀ। ਇਹ ਜਿਹੜੇ 6 ਹੈਗੇ ਬੱਚੇ ਉਹ ਕੀ ਹੈਗੇ ਨੇ, ਸਾਈਨ, ਕੋਸ, ਟੈਨ, ਕੋਸੀਕੈਂਡ, ਸੀਕੈਂਡ ਤੇ ਕੋਟ ਵਿਦ ਥੀਟਾ ਐਂਗਲ। ਇਹ ਜਿਹੜੇ ਹੈਗੇ ਆ ਇਹ ਤੁਹਾਡੇ ਕੀ ਹੈਗੇ ਨੇ 6 ਟ੍ਰਿਗਨੋਮੈਟ੍ਰਿਕ ਰੇਸ਼ੋਜ਼ 6 ਜਿਹੜੇ ਹੈਗੇ ਤ੍ਰਿਕੋਣਮਿਤੀ ਅਨੁਪਾਤ ਹੈਗੇ। ਅਨੁਪਾਤ ਜਿਹੜਾ ਹੈਗਾ ਸੀ ਸਿਮਿਲਰ ਟ੍ਰਾਇੰਗਲਸ ਵਿੱਚ ਵੀ ਵਰਤਦੇ ਆਏ ਆ, ਠੀਕ ਹੈ। ਜਿੱਥੇ ਆਪਾਂ ਦੋ ਭੁਜਾਵਾਂ ਦਾ ਮਾਪ ਕਰਦੇ ਸੀਗੇ ਉਹਨਾਂ ਦਾ ਅਨੁਪਾਤ ਕੱਢਦੇ ਆ, ਸੇਮ ਉਹੀ ਚੀਜ਼ ਹੈਗੀ ਆ। ਦੇਖੋ ਕੀ ਹੈਗਾ ਆ, ਜਿਹੜਾ ਇੱਕ ਲੰਬ ਹੈਗਾ ਆ ਉਹ ਕੀ ਹੈਗਾ, ਆ ਭੁਜਾ ਹੈਗੀ ਆ, ਠੀਕ ਹੈ ਜੀ, ਤੇ ਉਹਦਾ ਕਿਹਦੇ ਤੇ ਅਨੁਪਾਤ ਕੱਢਿਆ ਹੈਗਾ ਆ, ਇਹਦੇ ਤੇ। ਜਦੋਂ ਆਪਾਂ ਪੀ ਅਪੋਨ ਐਚ ਕਰ ਰਹੇ ਹਾਂ ਤੇ ਅਸਲੀ 'ਚ ਅਸੀਂ ਕੀ ਕਰ ਰਹੇ ਹਾਂ, ਜਿਹੜੀ ਏ ਬੀ ਭੁਜਾ ਹੈਗੀ ਆ ਤੇ ਜਿਹੜੀ ਏ ਸੀ ਭੁਜਾ ਹੈਗੀ ਆ, ਇਹਨਾਂ ਦਾ ਜਿਹੜਾ ਦੂਰੀ ਹੈਗੀ ਆ, ਏ ਤੇ ਬੀ ਪੁਆਇੰਟ ਦੇ ਵਿੱਚ ਦੂਰੀ ਆ, ਏ ਤੇ ਸੀ ਪੁਆਇੰਟ ਦੇ ਵਿੱਚ ਦੂਰੀ ਹੈਗੀ ਆ, ਉਹਨਾਂ ਦਾ ਕੀ ਕਰ ਰਹੇ, ਅਨੁਪਾਤ ਕਰ ਰਹੇ, ਉਹਨਾਂ ਦਾ ਰੇਸ਼ੋ ਕੱਢ ਰਹੇ ਆ ਪੀ ਅਪੋਨ ਐਚ। ਤੇ ਇਹ ਕਿਹਦੇ ਬਰਾਬਰ ਆ ਜਾਂਦੀ ਹੈਗੀ, ਸਾਈਨ ਥੀਟਾ ਦੇ ਬਰਾਬਰ। ਹੁਣ ਥੀਟਾ ਇੱਥੇ ਗੌਰ ਕਰਨਾ ਹੈਗਾ ਕਿ ਥੀਟਾ ਦੀ ਜਿਹੜੀ ਪੋਜੀਸ਼ਨ ਹੈਗੀ ਉਹ ਪੱਕੀ ਹੋਏਗੀ, ਠੀਕ ਹੈ ਜੀ। ਥੀਟਾ ਸੀ ਪੁਆਇੰਟ ਤੇ ਹੀ ਹੋਣਾ ਚਾਹੀਦਾ। ਜੇ ਪੁਆਇੰਟ ਇੱਥੇ ਕੋਈ ਐਂਗਲ ਹੈਗਾ ਉਸ ਹਿਸਾਬ ਨਾਲ ਸਾਡਾ ਪੀ ਤੇ ਬੀ ਦੀ ਵੈਲਿਊ ਜਿਹੜੀ ਹੈਗੀ ਆ ਉਹ ਚੇਂਜ ਹੋਏਗੀ, ਠੀਕ ਹੈ ਜੀ। ਅਸੀਂ 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਵੀ ਕਰ ਚੁੱਕੇ ਹਾਂ। ਤੇ ਬਸ ਇਹ ਕੁਛ ਨਹੀਂ ਹੈਗਾ। ਅਗਲੇ ਪੇਜ ਤੇ ਮੈਂ ਤੁਹਾਨੂੰ ਇਹੀ ਦੱਸਿਆ ਕਿ ਸਾਈਨ ਥੀਟਾ ਦੀ ਵੈਲਿਊ ਪੀ ਬਟਾ ਐਚ ਹੈਗੀ, ਕੋਸ ਥੀਟਾ ਦੀ ਵੈਲਿਊ ਬੀ ਬਟਾ ਐਚ ਹੈਗੀ, ਟੈਨ ਥੀਟਾ ਦੀ ਵੈਲਿਊ ਪੀ ਬਟਾ ਬੀ ਹੈਗੀ, ਕੋਸੀਕੈਂਡ ਥੀਟਾ ਦੀ ਵੈਲਿਊ ਐਚ ਬਟਾ ਪੀ ਹੈਗੀ ਆ, ਸੀਕੈਂਡ ਦੀ ਐਚ ਬਟਾ ਬੀ ਹੈਗੀ ਆ, ਕੋਟ ਥੀਟਾ ਦੀ ਵੈਲਿਊ ਪੀ ਬਟਾ ਬੀ ਹੈਗੀ, ਠੀਕ ਹੈ ਜੀ। ਇਹ ਜਸਟ ਉੱਥੇ ਮੈਂ ਕੈਪੀਟਲ ਲੈਟਰਸ ਲਏ ਸੀਗੇ, ਇੱਥੇ ਇਹਨਾਂ ਨੇ ਸਮਾਲ ਲਏ ਹੈਗੇ, ਕੁਛ ਵੀ ਨਹੀਂ ਹੈਗਾ। ਬਸ ਜਿੱਦਾਂ ਦਿਖਾਇਆ ਹੈਗਾ ਡਾਇਗਰਾਮ ਦੇ ਵਿੱਚ ਉੱਦਾਂ ਦੀ ਅਸੀਂ ਵੈਲਿਊ ਜਿਹੜੀ ਹੈਗੀ ਆ ਇੱਥੇ ਲਿਖ ਦਿੱਤੀ ਆ,
ठीक है जी। साइन थीटा हुण इत्थे की हैगा साइन थीटा जदों आपां सॉरी जदों आपां एलजैबरा विच करदे हां जिद्दां आपां 2x लिखदे हां 2x दा मतलब की हुंदा है 2 नूं आपां x नाल गुना कर रहे हां ठीक है जी। पर यह जिहड़ी चीज़ हैगी आ वो इत्थे इंप्लाई नहीं हुंदी। इहदा मतलब साइन थीटा दा मतलब साइन गुना थीटा बिल्कुल नहीं हैगा। इनू आपां इदां नहीं लिख सकते कि साइन थीटा दा मतलब की हैगा आ साइन गुना थीटा ठीक है जी। उस तरह कॉस थीटा का मतलब ये नहीं है कि कॉस नूं असीं थीटा नाल गुना किया है वो जस्ट एक इकट्ठी इको टर्म आ साइन थीटा कॉस थीटा टैन थीटा कोसीकेंट थीटा सीकेंट थीटा ते कॉट थीटा ठीक है जी। नैक्सट जिहड़ी हैगी हुण आपां असाइनमेंट वल चलदे हैगे असाइनमेंट दे विच जिहड़े असीं क्वेश्चनस हैगे वो कर लीए। असाइनमेंट विच क्वेश्चनस जिहड़े हैगे वो असीं करांगे हुण ते असाइनमेंट एक बारी आपां रीड कर लीए फटाफट ताकि साडा कुछ पॉइंट जिहड़ा हैगा रह ना जावे क्योंकि असीं नवा चैप्टर शुरू कीता आ तो सानू सारा क्लीयर होना चाहिए। ओके देखो इत्थों तक असी की कीता हैगा इन्होंने एक राइट एंगल ट्रायंगल दिखाया हैगा आ जिहदे विच दो दिते है थीटा ते फाई असी कर चुके हैं। इत्थे इन्होंने संबंधित न्यून कोण की गल की हैगी आ। हाँ न्यून कोण मतलब कि एक्यूट एंगल ही होएगा असी ऑब्ट्यूस एंगल की नहीं गल कर रहे असी न्यून कोण की गल करें एंगल ए ते एंगल सी ठीक है जी। एंगल ए की जो गल की हैगी तो लंब की होएगा आधार की होएगा मैं तुहानूं हुणे जिहड़ा हैगा रैफरेंस कोण तो दस चुकी हाँ क्योंकि असी ट्रिग्नोमैट्री दे विच राइट एंगल की गल कर रहे हैं तो इत्थे इन्होंने पाइथागोरस सिद्धांत का अनुपात भी तुहानूं समझाया है। सानूं पता है कि जिहड़ा करण का वर्ग हुंदा है लंब का वर्ग जोड़ आधार के वर्ग के जोड़ के बराबर हुंदा है ठीक है जी। तो 6 आपां ट्रिग्नोमैट्रिक रेशियोज जिहड़े हैगे हुण आपां समझ चुके हैं यही जिहड़ी हैगी आ इन्होंने समझाया है। इत्थे रैफरेंस कोण किहड़ा आ एंगल ए ठीक है जी। इत्थे देखो एंगल ए जिहड़ा हैगा ए दे सामने वाला लंब हो गया ये नीचे वाला की हो गया बेस हो गया करण तो उत्थे रहेगा। अच्छा डायग्राम तुहाडी असाइनमेंट विच इनू पंजाबी च भी याद करन दा एक तरीका हैगा जिद्दां आपां पंडित बद्री प्रसाद कीता हैगा ते इहदे विच तुसीं की करोगे लै लो अंब लै लो की लिखिया हैगा किलो किलो अंब ठीक है जी। उसी तरह तुसीं साइन नूं किवें याद रखना हैगा सोना चांदी तोल तुसीं उत्थों याद रख सकदे हो साइन कॉस टैन ठीक है जी। ते लल्ला ओवर कक्का की आ गया लंब बटा करण ठीक है जी। उसी तरह जिहड़ी हैगी तुसीं कॉस दी ते टैन दी भी वैल्यू तुसीं याद कर सकते हो तुसीं ए वाले फॉर्मूले तो भी याद कर सकते हो या कोई गल नहीं हैगी जिहड़ा तुसीं मैं तुहानूं हुणे सिखाया है पंडित वाला ठीक है जी उसे चीज़ नाल तुसीं याद कर सकते हैं क्योंकि नॉर्मल जी इंग्लिश हैगी तुसीं जिहड़ी हैगी उहनूं याद रख सकते हो। हुण आ गई मेन गल क्वेश्चन ते ठीक है जी। क्वेश्चन जिहड़ा आपां क्वेश्चन असाइनमेंट तो करांगे। पहला क्वेश्चन साडी असाइनमेंट दा हैगा ओके आप रीड करते हैं ए बी सी ट्रायंगल दिता होया जिसका कोण बी समकोण है एंगल बी जिहड़ा हैगा वो किन्ने डिग्री का हैगा बच्चों साडा 90 डिग्री का दिता होया। ए बी भुजा सानू 24 सेंटीमीटर दिती हुई है बी सी भुजा सानू 7 सेंटीमीटर दिती हुई है तो कहते हेठां दित्तियां दा मुल पता करो। असी साइन ए पता करना आ कॉस ए पता करना साइन सी पता करना तो कॉस सी पता करना। देखो इत्थे असी कोण ए नू रैफरेंस कोण मन्नांगे इत्थे असी सी नू करांगे ठीक है जी। हुण पहली चीज़ असी पता करनी वो की हैगी आ देखो ट्रायंगल दे विच थोड़ा मैं तुहानूं ट्रायंगल दिखावां ट्रायंगल दे विच ए बी सानू 24 दिती हुई आ बी सी सानू 7 सेंटीमीटर दिती हुई आ। हुण असी पहला आ वाली भुजा पता करनी है जिहड़ी साडी ए सी भुजा आ जिहड़ा साडा करण हैगा आ ठीक है जी। इनू असी किवें यूज़ करांगे पाइथागोरस थ्योरम दे अकॉर्डिंगली सानू पता हैगा आ कि हाइपोटेन्यूज दा वर्ग जिहड़ा हैगा वो किहदे बराबर हुंदा है परपेंडिकुलर दा स्क्वायर जोड़ बेस दा स्क्वायर किहदे बराबर हुंदा लंब दा वर्ग जोड़ आधार दे वर्ग दे बराबर। ए सी दा वर्ग किहदे बराबर हो गया बी सी की हैगी आ परपेंडिकुलर एदा स्क्वायर प्लस ए बी मतलब 24 का स्क्वायर ठीक है एदा मतलब ए सी का स्क्वायर किहदे बराबर है 7 स्क्वायर प्लस 24 का स्क्वायर 7 का वर्ग 49 आ गया 24 का वर्ग की आ गया 576 दोवां नूं ऐड किया की आ गया 625 ठीक है जी। एदा मतलब जे ए सी दे स्क्वायर की वैल्यू 625 हैगी आ तो ए सी की वैल्यू की आ गई अंडर रूट ऑफ 625 625 नूं बच्चिओ असीं की लिख सकते हैं 25 गुणा 25 तो अंडर रूट च जो रकम असीं बाहर कढ़दे हैगे तो जिहड़े दो रकमां हुंदियां ओहदी असीं एक वारी कढ़दे हां। ਇਹਦਾ मतलब ਜਿਹੜੀ AC साइड हैगी ਜਿਹੜਾ ਸਾਡਾ ਕਰਨ ਹੈਗਾ ਉਹ ਕਿੰਨੀ ਆ ਗਈ 25 ਸੈਂਟੀਮੀਟਰ ठीक है जी। ਹੁਣ देखिए कि ਸਾਨੂੰ ਪੁੱਛਿਆ ਕੀ ਸੀਗਾ ਸਾਨੂੰ ਪੁੱਛਿਆ ਹੈਗਾ ਸਾਈਨ A ਤੇ ਪਹਿਲਾਂ ਤੇ ਜਿਹੜਾ ਰੈਫਰੈਂਸ ਕੋਣ ਹੈਗਾ ਉਹਨੂੰ ਮੈਂ ਥੋੜਾ ਜਿਹਾ ਡਾਰਕ ਕਰ ਲਾਂ ਤੁਹਾਨੂੰ ਪਤਾ ਲੱਗ ਜੇ। ਹੁਣ ਅਸੀਂ A ਦੀ ਗੱਲ ਕਰ ਰਹੇ ਹਾਂ ठीक है जी। ਜਦੋਂ साइन A करना आ
ਤੇ ए ਦੀ ਜਿਹੜੀ ਐਡਜਸੈਂਟ ਸਾਈਡ ਹੈਗੀ ਆ, ਹਾਂ ਜਿਹੜੀ ਇਹਦੀ ਲਾਗਵੀਂ ਭੁਜਾ ਹੈ ਉਹ ਆ ਗਈ 24। ਇਹਦਾ ਮਤਲਬ ਬੇਸ ਸਾਡਾ ਬਣ ਗਿਆ 24। ए ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਸਾਡੀ ਬਣ ਗਈ ਪਰਪੈਂਡੀਕੂਲਰ, ਜਿਹਨੂੰ ਮੈਂ P ਰੱਖਣਾ ਆ। ਇਹ B ਆ ਗਿਆ, ਇਹ ਆ ਗਿਆ ਸਾਡਾ H। ਸਾਨੂੰ ਪਤਾ ਸਾਈਨ A ਦੀ ਵੈਲਿਊ ਕੀ ਹੈਗੀ ਆ, P/H ਹੁੰਦੀ ਆ। ਤੇ ਇੱਥੇ P ਕੀ ਆ, ਪਰਪੈਂਡੀਕੂਲਰ ਕੀ ਹੈਗਾ, ਇਹ ਸਾਡਾ BC ਓਵਰ AC। ਠੀਕ ਹੈ ਜੀ। BC ਕਿੰਨਾ ਹੈਗਾ, BC ਹੈਗਾ ਸਾਡਾ 7 ਤੇ AC ਕਿੰਨਾ ਹੈਗਾ, AC ਸਾਡਾ ਹੁਣ ਆਇਆ ਸੀਗਾ 25। ਤੇ ਦੇਖੋ ਪਹਿਲਾ ਆਨਸਰ ਸਾਡਾ ਕੀ ਆ ਗਿਆ, 7/25। ਠੀਕ ਹੈ। ਹੁਣ ਅਸੀਂ cos A ਕੱਢਾਂਗੇ। cos A ਕੀ ਹੁੰਦਾ ਆ, ਬੇਸ ਬਟਾ ਹਾਈਪੋਟੀਨਿਊਸ। ਬੇਸ ਕੀ ਹੈਗਾ, ਬੇਸ ਹੈਗੀ ਸਾਡੀ AB ਤੇ ਹਾਈਪੋਟੀਨਿਊਸ ਫਿਰ ਸਾਡਾ ਹੈਗਾ AC। ਠੀਕ ਹੈ ਜੀ। ਇਹ ਕੀ ਆ ਗਿਆ, ਨੀਚੇ 25 ਆਏਗਾ ਤੇ AB ਭੁਜਾ ਕਿੰਨੀ ਹੈਗੀ ਆ, 24। ਇਹ ਦੇਖੋ ਇੱਥੇ ਕੀ ਆ ਗਿਆ, 24/25। ਠੀਕ ਹੈ। ਇਹ ਸੀਗਾ ਸਾਈਨ A cos A। ਹੁਣ ਅਸੀਂ ਕਰਾਂਗੇ ਸਾਈਨ C ਤੇ cos C। ਦੇਖੋ C ਜਿਹੜੀ ਹੈਗੀ ਆ, ਪਹਿਲਾਂ ਤਾਂ ਇਹਨੂੰ ਮੈਂ ਜਿਹੜਾ ਹੈਗਾ ਆ ਗੌਰ ਕਰਵਾ ਲਾਂ ਤੁਹਾਡਾ ਕਿ ਰੈਫਰੈਂਸ ਕੌਣ ਅਸੀਂ ਹੁਣ C ਲੈ ਰਹੇ ਹਾਂ। ਠੀਕ ਹੈ ਜੀ। ਹੁਣ C ਹੈਗਾ, C ਦੀ ਲਾਗਵੀਂ ਭੁਜਾ ਜਿਹੜੀ ਹੈਗੀ ਹੁਣ ਬੇਸ ਆ ਬਣ ਗਈ, C ਦੇ ਸਾਹਮਣੇ ਵਾਲੀ ਭੁਜਾ ਇਹ ਬਣ ਗਈ ਪਰਪੈਂਡੀਕੂਲਰ। ਹੁਣ ਅਸੀਂ ਲਿਖਣਾ ਕਿੱਦਾਂ ਹੈ, ਸਾਈਨ C ਜਿਹੜਾ ਹੈਗਾ ਹੈ ਹੁੰਦਾ ਕਿਹਦੇ ਬਰਾਬਰ ਹੈ, ਇਹ ਸਾਨੂੰ ਪਤਾ ਕਿ ਪਰਪੈਂਡੀਕੂਲਰ ਔਰ ਹਾਈਪੋਟੇਨਸ ਦਾ ਰੇਸ਼ੋ ਹੁੰਦਾ ਹੈ। ਠੀਕ ਹੈ। ਹੁਣ ਪਰਪੈਂਡੀਕੂਲਰ ਕੀ ਹੈਗਾ, C ਦੇ ਸਾਹਮਣੇ ਵਾਲੀ ਭੁਜਾ ਉਹ ਕੀ ਹੈਗੀ ਆ, AB ਬਟਾ ਹਾਈਪੋਟੇਨਸ ਤਾਂ ਉਹੀ ਰਹੇਗਾ, ਉਹ ਕੀ ਆ ਗਿਆ AC। ਤੇ ਸਾਈਨ C ਜਿਹੜਾ ਹੈਗਾ, P ਦੀ ਵੈਲਿਊ ਇੱਥੇ ਕੀ ਆ ਗਈ, ਲੰਬ ਦਾ ਇੱਥੇ ਕਿੰਨਾ ਹੈਗਾ ਆ ਨੰਬਰ ਹੈਗਾ 24 ਤੇ AC ਦੀ ਲੈਂਥ ਕਿੰਨੀ ਹੈਗੀ ਹੈ 25। ਸਾਈਨ C ਦੀ ਵੈਲਿਊ ਕੀ ਆ ਗਈ ਬੇਟਾ, 24/25। ਇਹ ਦੇਖੋ 24/25। ਉਸੇ ਤਰ੍ਹਾਂ ਹੁਣ ਆਪਾਂ cos C ਵੀ ਕੱਢਾਂਗੇ। ਠੀਕ ਹੈ ਜੀ। ਸਾਨੂੰ ਪਤਾ ਹੈ ਕਿ cos ਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ, ਬੇਸ ਨੂੰ ਜਦੋਂ ਆਪਾਂ ਕਰਨ ਦੇ ਨਾਲ ਉਹਦਾ ਅਨੁਪਾਤ ਕੱਢਦੇ ਹਾਂ। ਤੇ ਬੇਸ ਇੱਥੇ ਕੀ ਹੈਗੀ ਆ, ਬੇਸ ਇਹਦੀ ਲਾਗਵੀਂ ਭੁਜਾ ਕਿਹੜੀ ਸੀਗੀ, BC ਓਵਰ ਕਰਨ ਤੇ ਉਹੀ ਰਹੇਗਾ। ਠੀਕ ਹੈ ਜੀ। ਬਟਾ ਤੇ 25 ਦਾ 25 ਹੋਣਾ ਹੈ, ਉੱਪਰ ਵਾਲੀ ਰਕਮ ਬਦਲ ਰਹੀ ਹੈ BC ਕਿੰਨੀ ਹੈਗੀ ਆ 7। ਇਹਦਾ ਮਤਲਬ 7/25 ਜਿਹੜਾ ਹੈਗਾ ਸਾਡਾ cos C ਦੀ ਵੈਲਿਊ ਹੈਗੀ ਆ। ਠੀਕ ਹੈ ਜੀ। ਕੋਈ ਇਹ 'ਚ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਮੇਨ ਤੁਸੀਂ ਫਾਰਮੂਲੇ ਯਾਦ ਕਰਨੇ। ਫਾਰਮੂਲੇ ਤੁਸੀਂ ਕਿੱਦਾਂ ਯਾਦ ਕਰ ਲੈਣੇ, ਉਹੀ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ ਸੋਨਾ ਚਾਂਦੀ ਤੋਲ ਤੋਂ ਯਾਦ ਕਰ ਲੈਣੇ। ਉਸ ਤੋਂ ਬਾਅਦ ਜਦੋਂ ਤੁਹਾਨੂੰ ਰੈਫਰੈਂਸ ਐਂਗਲ ਸਮਝ ਆ ਗਿਆ, ਉਹਦੇ ਤੋਂ ਤੁਸੀਂ P ਕੀ ਆ ਤੇ B ਕੀ ਆ ਉਹ ਕੱਢ ਲੈਣਾ ਤੇ ਫਾਰਮੂਲੇ 'ਚ ਪੁੱਟ ਕਰ ਦੇਣਾ। ਉੱਥੋਂ ਤੁਹਾਡੀਆਂ ਜਿਹੜੀਆਂ ਹੈਗੀਆਂ ਸਾਰੇ ਜਿਹੜੇ ਰੇਸ਼ੋਜ਼ ਹੈਗੇ ਉਹ ਨਿਕਲ ਆਉਣਗੇ। ਠੀਕ ਹੈ ਜੀ। ਅੱਜ ਦੇ ਲਈ ਅਸੀਂ ਇੰਨਾ ਹੀ ਕਰਨਾ ਸੀਗਾ ਟ੍ਰਿਗਨੋਮੈਟਰੀ ਦੇ ਵਿੱਚ। ਤੇ ਹੁਣ ਅਸੀਂ 2 ਕੁਐਸਚਨ ਜਿਹੜੇ ਹੈਗੇ ਆਪਣੇ ਜ਼ਰੂਰ ਡਿਸਕਸ ਕਰਾਂਗੇ। ਪਹਿਲਾ ਕੁਐਸਚਨ ਹੈਗਾ ਆ, ਇਹ ਕੀ ਹੈਗੇ, ਵੀਕ ਲਰਨਿੰਗ ਆਊਟਕਮਸ। ਜਿਹੜਾ ਹੁਣੇ ਤੁਹਾਡਾ ਪੈਸ ਦਾ ਕੁਐਸਚਨ ਆਇਆ ਸੀ ਨਾ ਤੁਹਾਡਾ ਸੈਪਟੈਂਬਰ ਦਾ। ਠੀਕ ਹੈ ਜੀ। ਉਹਦੇ ਵਿੱਚ ਕੁਝ ਜਿਹੜੇ ਏਰੀਆ ਸੀਗੇ ਜਿਹਦੇ ਵਿੱਚ ਸਾਰੇ ਕੁਐਸਚਨਸ ਬੱਚਿਆਂ ਦੇ ਉਹ 'ਚ ਘੱਟ ਨੰਬਰ ਆਏ ਸੀਗੇ। ਠੀਕ ਹੈ ਜੀ। ਲਰਨਿੰਗ ਆਊਟਕਮਸ ਉਹਦੇ ਬੇਸ ਤੇ ਹੁਣ ਅਸੀਂ ਤੁਹਾਡੀ ਰਿਵੀਜ਼ਨ ਕਰਵਾਉਣੀ ਹੈਗੀ ਆ। ਕੁਝ ਚੁਣਿੰਦਾ ਟੌਪਿਕ ਹੈਗੇ ਉਹਦੇ ਵਿੱਚੋਂ ਅਸੀਂ ਤੁਹਾਡੀ ਤਿਆਰੀ ਕਰਵਾਇਆ ਕਰਾਂਗੇ। ਪਹਿਲਾ ਕੁਐਸਚਨ ਹੈਗਾ ਆ, 2 ਘਾਤੀ ਸਮੀਕਰਨ ਮੀਨਸ ਕੁਆਡਰੇਟਿਕ ਇਕੁਏਸ਼ਨ ਦੇ ਲਈ B² - 4AC ਦਾ ਮੁੱਲ ਹੈ। ਠੀਕ ਹੈ ਜੀ। ਦੇਖੋ ਕੁਆਡਰੇਟਿਕ ਇਕੁਏਸ਼ਨ ਸਾਡੀ ਇਹ ਹੈਗੀ ਆ, x² - bx + 1 = 0। ਇਹਦਾ ਮਤਲਬ ਜੇ ਮੈਂ ਇਹਨੂੰ ਕੰਪੇਅਰ ਕਰੂੰਗੀ ax² + bx + c ਦੇ ਨਾਲ। ਠੀਕ ਹੈ ਜੀ। ਤੇ ਮੇਰੀ ਜਿਹੜੀ a ਦੀ ਵੈਲਿਊ ਹੈਗੀ ਆ, ਉਹ a ਦੀ ਵੈਲਿਊ ਮੇਰੀ ਕੀ ਆ ਗਈ, ਇੱਥੇ ਇਹਦੇ ਨਾਲ ਕੀ x ਦੇ ਨਾਲ ਕੀ ਮਲਟੀਪਲਾਈਡ ਹੈਗਾ 1 ਤੇ b ਦੀ ਵੈਲਿਊ ਮੇਰੀ ਕੀ ਆ ਗਈ, ਆ ਦੇਖੋ b ਦੀ ਵੈਲਿਊ ਮੇਰੀ ਕੀ ਆ ਰਹੀ ਹੈ, b ਦੀ ਵੈਲਿਊ b ਨਹੀਂ ਆ ਰਹੀ, -b ਆ ਰਹੀ ਹੈ। ਠੀਕ ਹੈ ਜੀ। c ਦੀ ਵੈਲਿਊ ਮੇਰੀ ਕੀ ਆ ਰਹੀ ਹੈ, c ਦੀ ਵੈਲਿਊ ਮੇਰੀ 1 ਆ ਰਹੀ ਹੈ। ਇੱਥੇ ਪਲੱਸ ਮਾਈਨਸ ਹਮੇਸ਼ਾ ਗੌਰ ਨਾਲ ਕਰਨਾ ਹੈ। ਠੀਕ ਹੈ ਜੀ। B² - 4AC ਦੀ ਅਸੀਂ ਵੈਲਿਊ ਪਤਾ ਕਰਨੀ ਹੈ। ਇਹਦਾ ਮਤਲਬ ਇੱਥੇ ਕੱਢ ਦਈਏ, B² - 4AC ਦੀ ਵੈਲਿਊ ਕੀ ਹੈਗੀ, b ਦੀ ਵੈਲਿਊ ਹੈਗੀ -b। ਇਹਦਾ ਮਤਲਬ -b ਦਾ ਵਰਗ ਮਾਈਨਸ 4 ਦਾ 4, a ਦੀ ਵੈਲਿਊ ਹੈਗੀ ਆ 1 ਤੇ c ਦੀ ਵੈਲਿਊ ਹੈਗੀ ਆ 1 ਤੇ -b ਦਾ ਵਰਗ ਕੀ ਆ ਗਿਆ, b ਦਾ ਵਰਗ -4 × 1 4 ਤੇ 4 × 1 4। ਇਹਦਾ ਮਤਲਬ B² - 4 ਜਿਹੜੀ ਹੈਗੀ ਆ ਉਹ ਇਹਦੀ ਵੈਲਿਊ ਆ ਗਈ। ਤੇ ਆਪਸ਼ਨ ਕਿਹੜੀ ਸਾਡੀ ਸਹੀ ਹੋਏਗੀ, ਆਪਸ਼ਨ B ਸਾਡੀ ਜਿਹੜੀ ਹੈਗੀ ਆ ਉਹ ਕਰੈਕਟ ਆਪਸ਼ਨ ਹੋਏਗੀ। ਨੈਕਸਟ ਕੁਐਸਚਨ ਕਰੀਏ। ਨੈਕਸਟ ਕੁਐਸਚਨ ਹੈਗਾ ਆ, ਜੇਕਰ 2 ਘਾਤੀ ਸਮੀਕਰਨ, ਇਹ ਸਾਨੂੰ ਹੁਣ 2 ਘਾਤੀ ਸਮੀਕਰਨ ਦਿੱਤੀ ਹੋਈ ਦੇ ਮੂਲ ਵਾਸਤਵਿਕ ਨਹੀਂ ਹਨ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਕਿਹੜਾ ਕਥਨ ਸਹੀ ਹੈਗਾ ਇਹ ਅਸੀਂ ਕਰਨਾ ਹੈ। ਸਾਨੂੰ ਪਤਾ ਕਿ ਜਦੋਂ ਵਾਸਤਵਿਕ ਹੁੰਦੇ ਆ ਉਦੋਂ ਡਿਸਕ੍ਰਿਮੀਨੈਂਟ ਦੀ ਵੈਲਿਊ > 0 ਹੁੰਦੀ ਆ। ਠੀਕ ਹੈ ਜੀ। ਜਦੋਂ ਮੂਲ ਬਰਾਬਰ ਹੁੰਦੇ ਨੇ ਉਦੋਂ ਜਿਹੜੀ ਹੈਗੀ ਆ ਇਹ d ਦੀ ਵੈਲਿਊ ਅਸੀਂ 0 ਦੇ ਕਰਦੇ ਹਾਂ। ਠੀਕ ਹੈ ਜੀ। ਤੇ ਜਦੋਂ ਵਾਸਤਵਿਕ ਨਹੀਂ ਹੁੰਦੇ, ਜਦੋਂ ਇਮੈਜਿਨਰੀ ਹੁੰਦੇ, ਉਦੋਂ d ਦੀ ਵੈਲਿਊ ਸਾਡੀ ਕੀ ਹੁੰਦੀ ਆ, <<0 ਹੁੰਦੀ ਹੈ। ਤੇ ਇਹਨਾਂ ਨੇ ਕੀ ਕਿਹਾ ਹੈਗਾ, ਵਾਸਤਵਿਕ ਨਹੀਂ ਹੈਗੇ।
ठीक है, कोई वास्तविक नहीं हैगा, ਉਹਦੇ ਲਈ ਅਸੀਂ ਆਪਸ਼ਨ ਕਿਹੜੀ ਤੀਜੀ ਆਪਸ਼ਨ ਚੂਜ਼ ਕਰਨੀ ਹੈ। ठीक है, इत्थे वास्तविक सीगे ते मूल नाले बराबर सीगे, इत्थे वक्रे वक्रे हुंदे ने ते वास्तविक जदों नहीं हुंदे डिस्क्रिमिनेंट दी वैल्यू साडी लैस दैन 0 आंदी। यही कंसैप्ट असां इत्थे वरत लैना आ। ते सब तो पहलां जदों असीं कढना हैगा इहनूं आपां कंपेयर करांगे ax² प्लस bx प्लस c दे नाल। ठीक है जी, इत्थों असीं a दी वैल्यू कढ लई, a दी वैल्यू a आई आ, b दी वैल्यू साडी जिहड़ी हैगी ਉਹ -1 आई आ। देखो x दे नाल की मल्टीप्लाइड हैगा -1 ते c दी वैल्यू साडी की आई आ 2। ਹੁਣ ਅਸੀਂ ਕਰ ਲਾਂਗੇ ਡਿਸਕ੍ਰਿਮੀਨੈਂਟ ਕੀ ਹੁੰਦਾ ਹੈ b² - 4ac। ਇਹ ਸਾਡਾ ਆਉਣਾ ਚਾਹੀਦਾ ਲੈਸ ਦੈਨ 0 ਫॉर ਇਮੈਜਿਨਰੀ ਰੂਟਸ। ਠੀਕ ਹੈ, ਇਹਦਾ ਕੀ ਆ ਗਿਆ -1 ਦੀ ਪਾਵਰ 2। ਠੀਕ ਹੈ ਜੀ, -4 ਦਾ 4, a ਦਾ a ਤੇ c ਦੀ ਵੈਲਿਊ ਕੀ ਹੈਗੀ ਆ 2। ਇਹਦਾ ਮਤਲਬ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ 1 ਦਾ ਵਰਗ 1 ਆਇਆ -4 ਗੁਣਾ a 4a, 4a ਨੂੰ ਜਦੋਂ 2 ਨਾਲ ਗੁਣਾ ਕੀਤਾ ਇਹ ਆ ਗਿਆ 8a। ठीक है जी, ਇਹਦਾ मतलब 1 - 8a ਤੁਹਾਡਾ ਜਿਹੜਾ ਹੈਗਾ ਉਹ 0 ਤੋਂ ਛੋਟਾ ਹੋਣਾ ਚਾਹੀਦਾ। ਆ ਦੇਖੋ ਇੱਥੇ ਲਿਖਿਆ ਹੋਇਆ। ਠੀਕ ਹੈ ਜੀ, ਸਮੀਕਰਨ ਦਾ ਮੂਲ ਵਾਸਤਵਿਕ ਨਹੀਂ ਹੋਣਗੇ, ਉਹਦੇ ਲਈ ਸਾਨੂੰ d ਦੀ ਵੈਲਿਊ ਲੈਸ ਦੈਨ 0 ਚਾਹੀਦੀ ਤੇ d ਦੀ ਵੈਲਿਊ ਕੀ ਆਈ ਸੀਗੀ 1 - 8a। 1 - 8a ਜਿਹੜਾ ਹੈਗਾ ਉਹ ਲੈਸ ਦੈਨ 0 ਹੋਣਾ ਚਾਹੀਦਾ। ਸਪੈਸੀਫਿਕਲੀ ਇਹ ਤੇ ਸਾਡੀ ਆਪਸ਼ਨ ਦਿੱਤੀ ਹੋਈ ਆ, ਇਹਨੂੰ ਅਸੀਂ ਇੱਥੇ ਕੀ ਕਰਾਂਗੇ a ਟਿਕ ਕਰਾਂਗੇ। ਠੀਕ ਹੈ ਜੀ, ਤੇ ਜੇ ਇਹੀ ਕੁਐਸਚਨ ਦੇ ਵਿੱਚ ਤੁਹਾਨੂੰ a ਦੀ ਵੈਲਿਊ ਉਹਨਾਂ ਨੇ ਪਤਾ ਕਰਨ ਨੂੰ ਦਿੱਤੀ ਹੁੰਦੀ ਤੇ ਫਿਰ ਤੁਸੀਂ ਕੀ ਕਰ ਲੈਣਾ ਸੀਗਾ 1 - 8a ਜਿਹੜਾ ਹੈਗਾ ਲੈਸ ਦੈਨ 0 ਹੋ ਗਿਆ, ਜਿਹੜਾ 1 ਹੈਗਾ ਆ ਉਹ ਲੈਸ ਦੈਨ ਕੀ ਹੋ ਗਿਆ -8a ਦੂਜੇ ਪਾਸੇ ਚਲ ਗਿਆ, ਇਹ ਆ ਗਿਆ 8a। ਠੀਕ ਹੈ ਜੀ, ਇਹਦਾ ਮਤਲਬ 8a ਜਿਹੜਾ ਹੈਗਾ ਉਹ 1 ਤੋਂ ਵੱਡਾ ਹੋ ਗਿਆ ਤੇ a ਦੀ ਵੈਲਿਊ ਕੀ ਆ ਗਈ, ਕਿਸ ਤੋਂ ਵੱਡੀ ਆ ਗਈ 1/8 ਤੋਂ ਵੱਡੀ ਆ ਗਈ। ਠੀਕ ਹੈ, ਇਹ ਹੋਰ ਅੱਗੇ ਸਪੈਸੀਫਿਕ ਜੇ ਤੁਹਾਨੂੰ ਉਹਨਾਂ ਨੇ a ਦੀ ਵੈਲਿਊ ਪੁੱਛੀ ਹੋਵੇ। ਠੀਕ ਹੈ, ਇੱਥੋਂ ਤੱਕ ਇਹ ਸਵਾਲ ਪੁੱਛਿਆ ਸੀਗਾ, ਉੱਥੇ ਤੁਸੀਂ ਆਪਸ਼ਨ ਟਿਕ ਕਰਕੇ ਆਪਣਾ ਜਿਹੜਾ ਹੈਗਾ ਆਨਸਰ ਉੱਥੇ ਸਬਮਿਟ ਕਰ ਸਕਦੇ ਹੋ। ਠੀਕ ਹੈ ਜੀ, ਚਲੋ ਠੀਕ ਹੈ, ਇਹਦੇ ਨਾਲ ਸਾਡੀ ਅੱਜ ਦੀ ਅਸਾਈਨਮੈਂਟ ਜਿਹੜੀ 173 ਸੀਗੀ ਉਹ ਸਾਡੀ ਕੰਪਲੀਟ ਹੋ ਗਈ ਹੈ। ਠੀਕ ਹੈ ਜੀ, ਅੱਜ ਥੋੜੀ ਜਿਹੀ ਵੀਡੀਓ ਸਾਡੀ ਲੰਬੀ ਹੋ ਗਈ ਕਿਉਂਕਿ ਅੱਜ ਸਾਡੀ ਅਸੀਂ ਇੰਟਰੋਡਕਸ਼ਨ ਕਰ ਰਹੇ ਸੀਗੇ। ਨੈਕਸਟ ਜਿਹੜੇ ਹੈਗੇ ਅਸੀਂ ਇਹਦੇ ਕੁਐਸਚਨਸ ਆਪਣੀ ਅਗਲੀ ਅਸਾਈਨਮੈਂਟ ਵਿੱਚ ਸੋਲਵ ਕਰਾਂਗੇ। ਓਕੇ ਬੱਚਿਓ, ਟਿਲ ਦੈਨ ਬਾਏ ਬਾਏ।